श्री नानक पुरुषोत्तम परम परावर नाथ। युगल चरण मम बंदना तर पर तर कर माथ। गुरु नानक पाद पंकज बंदन पाद पंकज बंदन सिमरं अंगद दोख निकंदन। अमरदास गुर हृदय त्यावो हृदय त्यावो। श्री गुरु रामदास गुण गावो। गुरु अर्जन बिगनन के नासक बिगनन के नासक। श्री गुरु हर गोबिंद सोभ सुमत पर कासक। गुरु हर राय नमोकार जोरी नमोकार जोरी। श्री हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विसाला। तरु तरा पर पुन पुन सीसा पुन पुन सीसा। बंधों बार बार जगदीसा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहे गुरु जी की फतेह बिघ्न विनाशन सोय। वाहे गुरु जी की फतेह बिघ्न विनाशन सोय। सतनाम श्री वाहिगुरु साहिब जी। एक बासुर कागद कुछ लीने लग पोथी सी करहे असीने। एक बासुर कागद कुछ लीने। वाहिगुरु जी का खालसा वाहिगुरु जी की फतेह। सच्चे पातशाह दीना बंधु सुखां दे सागर जागदी जोत धन साहिब श्री गुरु ग्रंथ साहिब जी महाराज सच्चे पातशाह जी दी दया सदका सतसंगत दा सुभाग समा आपां नूं प्राप्त होया है। महाराज जी दे पवित्र इतिहास दी लड़ीवार कथा आओ प्यार शरदा नाल सरवण करिए। सच्चे पातशाह जी महाराज दे सत्कारयोग पिता बाबा कालू जी सतगुरां जी नूं जिस वक्त
ਗੋਪਾਲ ਪਾਂਧਾ ਜੀ ਦੇ ਕੋਲ ਲੈ ਕਰਕੇ ਅਗਲੇ ਦਿਨ ਗਏ ਕਿ ਮੇਰੇ ਪੁੱਤਰ ਨਾਨਕ ਨੂੰ ਬੜੇ ਪਿਆਰ ਨਾਲ ਤੁਸੀਂ ਪੜ੍ਹਾਓ। ਪਾਂਧਾ ਜੀ ਸਤਿਗੁਰਾਂ ਜੀ ਦੇ ਚਰਨਾਂ 'ਤੇ ਮਨ ਹੀ ਮਨ ਨਮਸਕਾਰ ਕੀਤੀ ਅਤੇ ਬਾਬਾ ਕਾਲੂ ਜੀ ਨੂੰ ਆਖਿਆ ਕਿ ਇਹ ਤਾਂ ਸਾਰੀ ਵਿੱਦਿਆ ਦੇ ਕਰਤਾ ਹਨ, ਇਹਨਾਂ ਨੂੰ ਕੌਣ ਪੜ੍ਹਾ ਸਕਦਾ ਏ? ਇਹ ਤਾਂ ਪੜ੍ਹਾਉਣ ਵਾਸਤੇ ਸੰਸਾਰ ਦੇ ਅੰਦਰ ਅਵਤਾਰ ਧਾਰ ਕੇ ਆਏ ਹੈ। ਇਹ ਤਾਂ ਸਾਰੀ ਵਿੱਦਿਆ ਦੇ ਜਨਮਦਾਤੇ ਹਨ। ਬਹੁਤ ਸ਼ਰਧਾ ਦੇ ਸਹਿਤ ਪਾਂਧਾ ਜੀ ਨੇ ਜਦੋਂ ਬਚਨ ਕਹੇ, ਮਹਾਰਾਜ ਦੇ ਪਿਤਾ ਜੀ ਬੜੇ ਪ੍ਰਸੰਨ ਹੋਏ, ਪਰ ਮਨ ਵਿੱਚ ਸ਼ਰਧਾ ਨਾ ਹੋਣੇ ਕਰਕੇ ਸੋਚਦੇ ਹੈ ਕਿ ਮੇਰੇ ਸਪੁੱਤਰ ਨੇ ਸ਼ਾਇਦ ਕੋਈ ਇੱਥੇ ਗਲਤੀ ਕੀਤੀ ਹੋਵੇਗੀ ਜੋ ਪਾਂਧਾ ਜੀ ਨੇ ਪੜ੍ਹਾਉਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਪਰ ਮਨ ਵਿੱਚ ਉਸਤਤ ਸੁਣ ਕੇ ਖੁਸ਼ ਹੋਏ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਘਰ ਆ ਗਏ। ਬਾਲਕਾਂ ਨਾਲ ਮਹਾਰਾਜ ਖੇਡਣ ਵਿੱਚ ਮਸਤ ਰਹਿੰਦੇ ਹੈ। ਸ੍ਰੀ ਗੁਰੂ ਜੀ ਆਪਣੇ ਮੁਖ ਤੋਂ ਜਦੋਂ ਬਚਨ ਕਰਦੇ ਹੈ, ਬਾਲਕ ਬਹੁਤ ਇਕਾਗਰਤਾ ਨਾਲ ਸਰਵਣ ਕਰਦੇ ਹਨ। ਹਜ਼ੂਰ ਦੇ ਮੁਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਭਗਤੀ ਨਾਲ ਭਿੱਜਿਆ ਹੋਇਆ, ਪਰਮ ਬੈਰਾਗ ਵਿੱਚ ਮਿਲਿਆ ਹੋਇਆ। ਸਤਿਗੁਰੂ ਜੀ ਜਦੋਂ ਬਚਨ ਸੁਣਾਉਂਦੇ ਹੈ, ਸਾਰੇ ਬਾਲਕਾਂ ਨੂੰ ਇਉਂ ਲੱਗਦਾ ਜਿਵੇਂ ਮੈਨੂੰ ਹੀ ਸੰਬੋਧਨ ਕਰਕੇ ਦੱਸ ਰਹੇ ਹੋਣ। ਕਿਸੇ ਨੂੰ ਵੀ ਹਜ਼ੂਰ ਦੀ ਪਿੱਠ ਨਹੀਂ ਦਿਸਦੀ, ਸਭ ਵਾਲੀ ਮਹਾਰਾਜ ਦਾ ਮੁਖ ਹੀ ਸਭ ਨੂੰ ਦਿਖਾਈ ਦਿੰਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਐਸਾ ਹਜ਼ੂਰ ਦਾ ਸੁੰਦਰ ਸਰੂਪ ਹੈ। ਬੋਲਦੇ ਹੈ, ਲੋਕਾਂ ਦਾ ਜੀਆਂ ਦਾ ਚਿੱਤ ਮੋਹਿਆ ਜਾਂਦਾ ਏ। ਸੱਚੇ ਪਾਤਸ਼ਾਹ ਜੀ ਜਿਹਦੇ ਵੱਲ ਮਿਹਰ ਦੀ ਨਿਗਾਹ ਨਾਲ ਤੱਕ ਦਿੰਦੇ ਹੈ, ਉਹਨੂੰ ਸੰਸਾਰ ਸਮੁੰਦਰ ਤੋਂ ਤਰਨ ਲਈ ਆਸਰਾ ਦੇ ਦਿੰਦੇ ਹਨ। ਸੱਚੇ ਪਾਤਸ਼ਾਹ ਜੀ ਇਹ ਇੱਥੋਂ ਤੱਕ ਜਿਵੇਂ ਕਥਾ ਕੱਲ੍ਹ ਆਈ ਸੀਗੀ, ਸੱਚੇ ਪਾਤਸ਼ਾਹ ਦੇ ਸਰੂਪ ਦੀ ਸੁੰਦਰਤਾ ਕਵਿਰਾਜ ਵਰਣਨ ਕਰ ਰਹੇ ਸਨ ਕਿ ਐਸਾ ਚੌੜਾ ਮਸਤਕ ਹੈ ਕਿ ਜਿਸ ਤੋਂ ਨੂਰ ਜਿਹੜਾ ਹੈ ਉਹ ਟਪਕਦਾ ਹੈ। ਮਹਾਰਾਜ ਜੀ ਦੇ ਕਮਲ ਸ਼੍ਰੀ ਕੇ ਪੰਖੜੀਆਂ ਵਰਗੇ ਸੁੰਦਰ ਨੇਤਰ ਹਨ। ਸੱਚੇ ਪਾਤਸ਼ਾਹ ਜੀ ਦੇ ਜਿਹੜੇ ਦੰਦ ਹਨ ਬੁੱਲ੍ਹਾਂ ਦੇ ਅੰਦਰ ਚਮਕਦੇ ਹੋਏ, ਜਿਵੇਂ ਕੋਈ ਹੀਰਿਆਂ ਦੀ ਲੜੀ ਚਮਕਦੀ ਹੈ, ਇਸ ਤਰ੍ਹਾਂ ਮਹਾਰਾਜ ਜੀ ਦੇ ਸੁੰਦਰ ਦੰਦ ਚਮਕਾਂ ਮਾਰਦੇ ਹੈ। ਸਤਿਗੁਰੂ ਜੀਓਂ ਬਿਲਾਸ ਕੌਤਕ ਕਰਦੇ ਹੈ। ਗਰੀਬ ਨਿਵਾਜ ਬਾਲ ਲੀਲਾ ਦੇ ਪ੍ਰਸੰਗ ਕਵਿਰਾਜ ਕਹਿ ਰਹੇ ਹਨ। ਜਿਵੇਂ ਅੱਗੇ ਕਥਾ ਆ ਰਹੀ ਹੈ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਬਾਸੁਰ ਕਾਗਦ ਕੁਛ ਲੀਨੇ। ਇੱਕ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਕੁਝ ਕਾਗਜ਼ ਮਹਾਰਾਜ ਸਾਹਿਬ ਜੀ ਲੈ ਕਰਕੇ ਲਗ ਪੋਥੀ ਸੀ ਕਰਹਿ ਅਸੀਨੇ। ਬੈਠੇ ਹੋਏ ਮਹਾਰਾਜ ਛੋਟੀ ਜੀ ਪੋਥੀ ਇੱਕ ਬਣਾ ਰਹੇ ਹੈ। ਜਿਹ ਜਿਹ ਕੁਲ ਉਪਜੇ ਜੋ ਜਿਹੜੀ ਕੁਲ ਵਿੱਚ ਜੋ ਬੱਚੇ ਜਿਹੜੇ ਆ ਉਪਜਦੇ ਹਨ। ਦੇਖ ਵਡਨ ਸਿਸ ਖੇਲੇ ਸੋ। ਵੱਡਿਆਂ ਵੱਲ ਵੇਖ ਕਰਕੇ ਉਸੇ ਹੀ ਬੰਸ ਦੇ ਬਾਲਕ ਜਿਹੜੇ ਹੈ ਉਹ ਉਸੇ ਤਰ੍ਹਾਂ ਦੀ ਖੇਲ ਖੇਲਣ ਲੱਗ ਜਾਂਦੇ ਹੈ ਜਿਸ ਤਰ੍ਹਾਂ ਦੇ ਆਪਣੇ ਵੱਡਿਆਂ ਨੂੰ ਕਰਦਿਆਂ ਹੋਇਆਂ ਵੇਖਦੇ ਹੈ। ਕਰ ਮਹਿ ਗਹੇ ਕਰਹਿ ਤਿਉਰ ਲੀਲਾ। ਇਉਂ ਹੱਥ ਵਿੱਚ ਕਾਗਜ਼ ਫੜੇ ਹੋਏ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਕੌਤਕ ਕਰਦੇ ਹੈ। ਪਤਤ ਉਦਾਹਰਨ ਬਿਰਦ ਗਹੀਲਾ। ਪਾਪੀਆਂ ਦੇ ਉਦਾਹਰਨ ਵਾਲਾ ਜਿਨ੍ਹਾਂ ਦਾ ਸੁਭਾਅ ਗ੍ਰਹਿਣ ਕੀਤਾ ਹੋਇਆ ਸੱਚੇ ਪਾਤਸ਼ਾਹ ਜੀ ਨੇ ਐਸਾ ਗਰੀਬ ਨਿਵਾਜ ਦਾ ਬਿਰਦ ਹੈ। ਪਾਪੀ ਵੀ ਸਤਿਗੁਰੂ ਜੀ ਤਾਰ ਦਿੰਦੇ ਆ। ਗਰੀਬ ਨਿਵਾਜ ਜਦੋਂ ਕਿਰਪਾ ਦੇ ਨਾਲ ਦ੍ਰਿਸ਼ਟੀ ਨਾਲ ਤੱਕਦੇ ਹਨ। ਦੋਹਰਾ
ਕਾਲੂ ਚਲ ਤਿਸ ਕਾਲ ਮਹਿ। ਬਾਬਾ ਕਾਲੂ ਜੀ ਤੇ ਸਮੇਂ ਚੱਲ ਕਰਕੇ ਆਏ ਲਾਲ ਕਲ ਦੇਖ। ਆਏ ਹਨ ਉੱਥੇ ਜਿੱਥੇ ਮਹਾਰਾਜ ਜੀ ਕਾਗਜ਼ ਕੁਝ ਪਕੜੇ ਹੋਏ ਐ ਤੇ ਗਰੀਬ ਨਵਾਜ ਕੁਝ ਲਿਖਦੇ ਪਏ ਐ। ਬਾਬਾ ਕਾਲੂ ਜੀ ਆਏ ਚੱਲ ਕਰਕੇ ਆਪਣੇ ਸੁੰਦਰ ਸੁਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੱਲ ਵੇਖਿਆ। ਬੋਲਿਓ ਬੋਲ ਬਿਲਾਸ ਕੇ। ਬਹੁਤ ਪ੍ਰੇਮ ਦੇ ਸਹਿਤ ਬੜੇ ਆਨੰਦ ਦੇ ਵਿੱਚ ਆ ਕਰਕੇ ਬਾਬਾ ਕਾਲੂ ਜੀ ਆਪਣੇ ਮੁਖ ਤੋਂ ਬੋਲੇ ਐ। ਪ੍ਰੇਮ ਧਰੇ ਜਿਉ ਵੇਖ। ਇੰਨਾ ਸੁੰਦਰ ਬੋਲ ਬੋਲੇ ਜਿਵੇਂ ਜਾਣੋ ਪ੍ਰੇਮ ਨੇ ਹੀ ਆਪਣਾ ਵੇਖ ਧਾਰਨ ਕੀਤਾ ਹੋਵੇ। ਚਉਪਈ ਕਹੇ ਤਾਤ ਕਾਗਦ ਕਰ ਲੀਨੇ। ਮਹਾਰਾਜ ਦੇ ਪਿਤਾ ਜੀ ਕਹਿੰਦੇ ਇਹ ਪੁੱਤਰ ਨਾਨਕ ਇਹ ਜਿਹੜੇ ਕਾਗਜ਼ ਤੁਸੀਂ ਆਪਣੇ ਹੱਥ ਵਿੱਚ ਲਏ ਹੋਏ ਨੇ ਕਿਆ ਤੁਮ ਪੜ੍ਹੋ ਸਿਸਨ ਮਹਿ ਭੀਨੇ। ਬਾਲਕਾਂ ਦੇ ਵਿੱਚ ਮਿਲੇ ਹੋਏ ਖੇਡਦੇ ਹੋਏ ਤੁਸੀਂ ਕੀ ਪੜ ਰਹੇ ਹੋ। ਨੈਕ ਨਾ ਇਤ ਉਤ ਹੇਰਤ ਕਾਹੂ। ਤੇ ਥੋੜਾ ਮਾਤਰ ਵੀ ਇੱਧਰ ਉੱਧਰ ਤੁਸੀਂ ਜਰਾ ਵੀ ਨਹੀਂ ਵੇਖਦੇ। ਹਿਰਦਾ ਲਗਾਇਓ ਕਾਗਦ ਮਾਹੂ। ਆਪਣਾ ਹਿਰਦਾ ਆਪਣਾ ਮਨ ਉਹ ਤੁਸੀਂ ਕਾਗਜ਼ਾਂ ਦੇ ਵਿੱਚ ਹੀ ਲਾਉਣਾ ਕੀਤਾ ਏ। ਜੋ ਪੰਡਤ ਵੇਦਾਂਤ ਵਿਚਾਰਤ। ਇਉਂ ਲੱਗਦਾ ਜਿਵੇਂ ਕੋਈ ਪੰਡਤ ਵਿਦਵਾਨ ਵਿਦਾਂਤ ਦੀ ਵਿਚਾਰ ਕਰਦਾ ਹੋਵੇ। ਨੈਕ ਨਾ ਮਨ ਕੋ ਕਿਤਹੂ ਟਾਰਤ। ਤੇ ਥੋੜਾ ਜਿੰਨਾ ਵੀ ਮਨ ਨੂੰ ਇੱਧਰ ਉੱਧਰ ਨਹੀਂ ਲਾਉਂਦਾ ਏ। ਸੁਨ ਕਰ ਪਿਤਾ ਬਚਨ ਕੋ ਬੋਲੇ। ਪਿਤਾ ਜੀ ਦੇ ਬਚਨ ਸੁਣ ਕਰਕੇ ਹਜੂਰ ਆਪਣੇ ਮੁਖ ਤੋਂ ਬੋਲੇ। ਸੰਪਟ ਵਿਦਰਮ ਅੰਮ੍ਰਿਤ ਖੋਲੇ। ਇਹ ਅੰਮ੍ਰਿਤ ਦਾ ਬੋਲ ਮਹਾਰਾਜ ਨੇ ਮੁਖ ਤੋਂ ਬੋਲਿਆ ਹੈ। ਜਿਵੇਂ ਸੰਪਟ ਡੱਬਾ ਜਿਹੜਾ ਮੂੰਗਿਆਂ ਦਾ ਖੋਲਿਆ ਹੈ ਇਉਂ ਸਤਿਗੁਰੂ ਜੀ ਦਾ ਮੁਖ ਖੁੱਲਿਆ ਕਿ ਅੰਮ੍ਰਿਤ ਦੇ ਬੋਲ ਹੀ ਪ੍ਰਗਟ ਹੋਏ ਆ। ਸਪਤ ਸਲੋਕੀ ਪੜ੍ਹੋਂ ਗੀਤਾ। ਮਹਾਰਾਜ ਕਹਿੰਦੇ ਜਿਹੜੀ ਸਪਤ ਸਲੋਕੀ ਗੀਤਾ ਹੈ ਨਾ ਉਹ ਪਿਤਾ ਜੀ ਅਸੀਂ ਪੜ੍ਹਦੇ ਹਾਂ। ਅਰਥ ਵਿਚਾਰੋਂ ਤਿਹ ਕਰ ਪ੍ਰੀਤਾ। ਪ੍ਰੇਮ ਦੇ ਨਾਲ ਅਸੀਂ ਉਹਦੇ ਅਰਥਾਂ ਨੂੰ ਪੜ੍ਹ ਕੇ ਵਿਚਾਰ ਰਹੇ ਹਾਂ। ਜਿਸ ਕੇ ਪੜਨ ਵਿਚਾਰਨ ਕਰਕੇ। ਜਿਸ ਦੇ ਪੜ੍ਹਨੇ ਤੇ ਵਿਚਾਰਨੇ ਕਰਕੇ ਸੁਭ ਮਾਰਗ ਪਰਹਿ ਹਿਤ ਧਰ ਕੇ। ਪ੍ਰੇਮ ਧਾਰ ਕੇ ਜੀਵ ਜਿਹੜੇ ਆ ਸ਼ੁਭ ਰਸਤੇ ਤੇ ਪੈ ਜਾਂਦੇ ਆ। ਦੋਹਰਾ ਕਾਲੂ ਔਰ ਅਚਰਜ ਕਰਤ। ਜਦੋਂ ਬਾਬਾ ਕਾਲੂ ਜੀ ਨੇ ਸੁਣਿਆ ਤੇ ਹਿਰਦੇ ਵਿੱਚ ਬੜੇ ਹੈਰਾਨ ਹੋਏ। ਅਚਰਜ ਬਚਨ ਸੁਨੇ ਜੋ ਹੈਰਾਨ ਕਰਨ ਵਾਲੇ ਬਚਨ ਸੁਣੇ ਆ ਗੁਰੂ ਸਾਹਿਬ ਜੀ ਦੇ। ਲਖਨੇ ਕੀ ਲਾਲਸ ਲਗੀ। ਜਾਣਨ ਦੀ ਇੱਛਾ ਲੱਗ ਗਈ ਮਨ ਵਿੱਚ। ਕੂਰ ਕੇ ਸਾਚ ਭਨੇ ਜੋ। ਇਹ ਝੂਠ ਕਹਿ ਰਹੇ ਆ ਜਾਂ ਸੱਚ ਕਹਿ ਰਹੇ ਹਨ। ਚਉਪਈ ਮੁਝ ਕੋ ਪੜ ਕਰ ਦੇਹੁ ਸੁਨਾਈ। ਮਹਾਰਾਜ ਦੇ ਪਿਤਾ ਜੀ ਕਹਿੰਦੇ ਐ ਕਿ ਫਿਰ ਤੁਸੀਂ ਮੈਨੂੰ ਪੜ੍ਹ ਕੇ ਸੁਣਾ ਦਿਓ। ਅਰਥ ਭਨਹੁ ਜਿਉ ਪਰਹਿ ਲਖਾਈ। ਜੋ ਅਰਥ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਸਮਝ ਪੈ ਜਾਵੇ ਉਹ ਦੱਸੋ। ਸੁਨ ਪਿਤ ਕੀ ਬਾਣੀ ਸੁਖ ਖਾਨੀ। ਸੁੱਖਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਇਹ ਬਾਣੀ ਇਹ ਬਚਨ ਸੁਣ ਕਰਕੇ ਅਰਥ ਕਹਿਤ ਭੇ ਜਿਹ ਦੁਖ ਹਾਨੀ। ਜੋ ਦੁੱਖਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ ਜੀ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮੁਖ ਤੋਂ ਅਰਥ ਕਹਿਣ ਲੱਗੇ ਗੀਤਾ ਦੇ। ਅਰਥ ਬਖਾਨਿਓ ਸਤਿਗੁਰ ਪੂਰੇ। ਪੂਰੇ ਸਤਿਗੁਰਾਂ ਜੀ ਨੇ ਅਰਥ ਕਰਨਾ ਕੀਤੇ। ਭਵ ਤਾਰਨ ਕੋ ਜਿਹ ਪਦ ਰੂਰੇ। ਜਿਨ੍ਹਾਂ ਦੇ ਸੁੰਦਰ ਚਰਨ ਹਨ ਸੰਸਾਰ ਤੋਂ ਤਾਰਨ ਲਈ ਐਸੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਜੋਗੀ ਜਿਨ੍ਹਾਂ ਨੂੰ ਧਿਆਨ ਵਿੱਚ ਆਰਾਧਦੇ ਐ। ਦੇਵੀ ਦੇਵਤੇ ਜਿਨ੍ਹਾਂ ਦੇ ਅੱਗੇ ਰਜੋਈਆਂ ਕਰਦੇ ਐ। ਐਸੇ ਦੀਨ ਦਿਆਲ ਸਤਿਗੁਰਾਂ ਜੀ ਦੇ ਪਵਿੱਤਰ ਚਰਨ ਜੋ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹਨ। ਬਚਨ ਬਦਤ ਅਦਭੁਤ ਲਗ ਗੀਤਾ। ਸੱਚੇ ਪਾਤਸ਼ਾਹ ਉਹ ਛੋਟੀ ਜਿਹੜੀ ਗੀਤਾ ਬਣਾਈ ਹੈ ਬੜੇ ਅਦਭੁਤ ਬੜੇ ਹੈਰਾਨੀਜਨਕ ਬਚਨ ਸਤਿਗੁਰੂ ਜੀ ਆਪਣੇ ਮੁਖ ਤੋਂ ਕਹਿਣ ਲੱਗੇ। ਸੁਨਤ ਤਾਤ ਮ੍ਰਿਗ ਘੰਟਕ ਪ੍ਰੀਤਾ। ਮਹਾਰਾਜ ਦੇ ਪਿਤਾ ਜੀ ਸੁਣਦੇ ਹੋਏ ਇੰਨੇ ਇਕਾਗਰ ਹੋ ਗਏ ਜਿਵੇਂ ਹਿਰਨ ਕੰਢੇਹੜੇ ਦੇ ਆਵਾਜ਼ ਦੇ ਉੱਤੇ ਮਸਤ ਹੋ ਜਾਂਦਾ ਏ। ਪ੍ਰਥਮ ਪਾਠ ਕਰ ਪਰਮ ਪ੍ਰਬੀਨਾ। ਪਰਮ ਪ੍ਰਬੀਨਾ ਅੰਤਰਜਾਮੀ ਸਤਿਗੁਰੂ ਜੀ ਜੋ ਪਰਮ ਵੱਡੇ ਹਨ। ਗਰੀਬ ਨਵਾਜ ਜੀ ਨੇ ਬੜੀ ਹੀ ਸਿਆਣਪ ਦੇ ਨਾਲ ਪਹਿਲਾਂ
ਸਤਿਗੁਰਾਂ ਜੀ ਨੇ ਆਪਣੇ ਮੁਖ ਤੋਂ ਮੂਲ ਪਾਠ ਜਿਹੜਾ ਉਹ ਕਰਨਾ ਕੀਤਾ। ਗਿਰਾ ਮధుਰ ਸੁੰਦਰ ਰਸ ਲੀਨਾ। ਸਤਿਗੁਰੂ ਜੀ ਦੀ ਜਿਹੜੀ ਗਿਰਾ ਬਾਣੀ ਹੈ ਉਹ ਬੜੀ ਮਧੁਰ ਮਿੱਠੀ ਹੈ। ਸੁਣਨ ਵਾਲਿਆਂ ਸਾਰਿਆਂ ਨੇ ਬੜਾ ਹੀ ਰਸ ਲਿਆ, ਬੜਾ ਹੀ ਆਨੰਦ ਆਇਆ ਹੈ। ਜਿਵੇਂ ਪਾਠ ਦੇ ਕਰਨ ਵਿੱਚ ਵੀ ਜਦੋਂ ਸੁਰ ਹੋਵੇ ਸੁਰੀਲੀ ਤੇ ਫਿਰ ਸਰੋਤੇ ਨੂੰ ਬਹੁਤ ਆਨੰਦ ਵੱਜਦਾ ਹੈ। ਸ੍ਰੀ ਗੁਰੂ ਜੀ ਨੇ ਪਹਿਲੋਂ ਆਪ ਹੀ ਹਜੂਰ ਨੇ ਪਾਠ ਮੂਲ ਕੀਤਾ, ਪੰਗਤੀ ਪੜ੍ਹੀ ਹੈ ਤੇ ਐਸੀ ਮਧੁਰ ਮਿੱਠੀ ਸੁਰ ਵਿੱਚ ਸਤਿਗੁਰਾਂ ਜੀ ਨੇ ਮਿੱਠੀ ਆਵਾਜ਼ ਵਿੱਚ ਮਹਾਰਾਜ ਨੇ ਪੰਗਤੀ ਪੜ੍ਹੀ ਹੈ ਕਿ ਸੁਣ ਕੇ ਸਾਰਿਆਂ ਨੇ ਬੜਾ ਹੀ ਰਸ ਲਿਆ, ਬੜਾ ਹੀ ਆਨੰਦ ਆਇਆ ਬਾਲਕਾਂ ਨੂੰ ਵੀ। ਬਹੁਰ ਅਰਥ ਕਰ ਸਭ ਸਮਝਾਇਓ। ਬਹੁਰੋ ਸਤਿਗੁਰਾਂ ਜੀ ਨੇ ਅਰਥ ਕਰਕੇ ਫਿਰ ਸਾਰਾ ਕੁਝ ਜਿਹੜਾ ਪੰਗਤੀ ਵਿੱਚ ਤਾਤਪਰਜ ਸੀ ਉਹ ਸਮਝਾਉਣਾ ਕੀਤਾ। ਤਾਤ ਪਰੇ ਜੋ ਤਿਹ ਮਹਿ ਪਾਇਓ। ਜੋ ਦੇ ਅੰਦਰ ਭੇਦ ਹੈ, ਤਾਤਪਰਜ ਹੈ, ਪੰਗਤੀ ਵਿੱਚ ਜੋ ਪਾਇਆ ਉਹ ਸਾਰਾ ਸਤਿਗੁਰਾਂ ਜੀ ਨੇ ਦੱਸਣਾ ਕੀਤਾ। ਸੁਨ ਕਰ ਕਾਲੂ ਕਰਤ ਵਿਚਾਰਾ। ਸੁਣ ਕਰਕੇ ਬਾਬਾ ਕਾਲੂ ਜੀ ਵਿਚਾਰ ਕਰਨ ਲੱਗੇ। ਪੁਨ ਪਾਂਦੇ ਕੋ ਬਚਨ ਚਿਤਾਰਾ। ਫਿਰ ਪਾਂਧਾ ਜੀ ਦਾ ਬਚਨ ਵੀ ਚੇਤੇ ਕੀਤਾ। ਸਤ ਬਦਤ ਮਤ ਮਿਤ ਅਤ ਜਾਂ ਇਹ ਕੀ। ਕਹਿੰਦੇ ਆ ਪਾਂਧਾ ਜੀ ਸੱਚੀ ਕਹਿੰਦੇ ਆ, ਇਹਨਾਂ ਦੀ ਮਤ ਤਾਂ ਬਹੁਤ ਜ਼ਿਆਦੀ ਹੈ। ਅਤਸ਼ਾ ਕਰਕੇ ਬਹੁਤ ਜ਼ਿਆਦੀ ਮਤ ਦਾ, ਅਕਲ ਦਾ ਇਹ ਭੰਡਾਰ ਹੀ ਹਨ। ਬੈ ਲਗ ਮਹਿ ਏਤੀ ਮਤ ਕਾਕੀ। ਤੇ ਛੋਟੀ ਉਮਰ ਦੇ ਵਿੱਚ ਇੰਨੀ ਜ਼ਿਆਦੀ ਸਿਆਣਪ, ਇੰਨੀ ਜ਼ਿਆਦੀ ਅਕਲ ਕਿਹਦੀ ਹੋ ਸਕਦੀ ਹੈ। ਦੋਹਰਾ ਜਨਕ ਗਇਓ ਸੁਨ ਕਰ ਸਦਨ। ਪਿਤਾ ਜੀ ਨੇ ਮਹਾਰਾਜ ਜੀ ਦੇ ਹਜੂਰ ਦੇ ਕੋਲੋਂ ਸਾਰੇ ਅਰਥ ਸੁਣ ਕਰਕੇ ਘਰ ਨੂੰ ਚਲੇ ਗਏ। ਨਾਨਕ ਜਨਨੀ ਸੰਗ। ਮਹਾਰਾਜ ਜੀ ਦੇ ਮਾਤਾ ਜੀ, ਮਾਤਾ ਤ੍ਰਿਪਤਾ ਜੀ ਦੇ ਨਾਲ ਬਚਨਨ ਸੋ ਵਰਣਨ ਕਰੀ। ਬਚਨ ਕਰਦਿਆਂ ਹੋਇਆਂ ਹਜੂਰ ਦੀ ਬਾਬਤ ਜਿਹੜੀ ਸੀ ਨਾ ਮਹਿਮਾ ਜਾਣੀ ਜਿੰਨੀ ਉਹ ਵਰਣਨ ਕਰਨ ਲੱਗੇ ਐ। ਜੋ ਸਤਿਗੁਰਾਂ ਜੀ ਦੇ ਕੋਲੋਂ ਜਿਹੜੇ ਸੁਣ ਕਰਕੇ ਆਏ ਹੈ। ਮਹਾਰਾਜ ਦੇ ਪਿਤਾ ਜੀ ਹਜੂਰ ਦੇ ਮਾਤਾ ਜੀ ਦੇ ਨਾਲ ਇਉਂ ਬਚਨ ਕਰਦੇ ਹੋਏ ਗੱਲਬਾਤ ਕਰਨ ਲੱਗੇ। ਸਭ ਬਿਦ ਹਿਰਦੇ ਉਮੰਗ। ਸਾਰੇ ਤਰੀਕਿਆਂ ਨਾਲ ਹਿਰਦੇ ਵਿੱਚ ਬਹੁਤ ਉਤਸ਼ਾਹ ਏ, ਬੜੇ ਖੁਸ਼ ਨੇ ਮਹਾਰਾਜ ਦੇ ਪਿਤਾ ਜੀ। ਚਾਉ ਪਈ ਪ੍ਰਥਮ ਜੋਤ ਕੀ ਗੁਣ ਗਨ ਗਾਏ। ਕਹਿਣ ਲੱਗੇ ਨੇ ਹੇ ਸੁਪੱਦਰੇ ਕਿ ਪਹਿਲਾਂ ਜਿਹੜਾ ਪੰਡਤ ਸੀਗੇ ਹਰਦਿਆਲ ਪੰਡਤ ਜੀ, ਉਹਨਾਂ ਨੇ ਬਹੁਤ ਜ਼ਿਆਦੇ ਗੁਣ ਗਾਏ ਸੀ ਸਾਡੇ ਸੁਪੁੱਤਰ ਦੇ, ਬੜੀ ਉਸਤਤ ਕੀਤੀ ਸੀਗੀ। ਸੁਭ ਲੱਛਣ ਸਭ ਅੰਗ ਬਤਾਏ। ਇਹਨਾਂ ਦੇ ਸਾਰੇ ਅੰਗਾਂ ਵਿੱਚ ਬੜੇ ਹੀ ਸੁਭ ਲੱਛਣ ਜਿਹੜੇ ਸੀ ਪੰਡਤ ਹਰਦਿਆਲ ਜੀ ਨੇ ਦੱਸੇ ਸਨ। ਪੁਨ ਪਾਂਦੇ ਗੋਪਾਲ ਬਖਾਨਾ। ਫਿਰ ਜੋ ਗੋਪਾਲ ਪਾਂਧਾ ਜੀ ਹੈ ਉਹਨਾਂ ਨੇ ਵੀ ਕਹਿਣਾ ਕੀਤਾ ਏ ਸੁਤ ਤੁਮਰੋ ਅਤਸ਼ੈ ਮਤਵਾਨਾ। ਕਿ ਤੁਹਾਡਾ ਪੁੱਤਰ ਜਿਹੜਾ ਨਾ ਉਹ ਅਤਸ਼ੈ ਕਰਕੇ ਬਹੁਤ ਜ਼ਿਆਦਾ ਮਤਵਾਨਾ, ਬੜਾ ਹੀ ਮਤ ਵਾਲਾ ਹੈ, ਬੜਾ ਹੀ ਅਕਲ ਵਾਲਾ ਹੈ, ਬੜਾ ਸਿਆਣਾ ਹੈ। ਅਬ ਬਾਰਕ ਮਹਿ ਕਾਗਦ ਲੀਨੇ। ਹੁਣ ਮੈਂ ਵੇਖਿਆ ਹੈ ਕਿ ਬਾਲਕਾਂ ਵਿੱਚ ਕਾਗਜ਼ ਲੈ ਕਰਕੇ ਖੇਲਤ ਹੁਤੋ ਪ੍ਰੀਤ ਚਿਤ ਚੀਨੇ। ਬੜੇ ਚਿੱਤ ਦੀ ਪ੍ਰੀਤ ਵਿੱਚ ਬਾਲਕਾਂ ਦੇ ਨਾਲ ਖੇਲ ਰਹੇ ਸੀ। ਇਉਂ ਜਦੋਂ ਮੈਂ ਵੇਖਿਆ ਜਾਣਿਆ। ਮੈਂ ਬੂਝਿਓ ਕਿਆ ਖੇਲੋ ਤਾਤਾ। ਫਿਰ ਅਸੀਂ ਪੁੱਛਿਆ ਕਿ ਇਹ ਪੁੱਤਰ ਨਾਨਕ ਤੁਸੀਂ ਕੀ ਖੇਲ ਰਹੇ ਹੋ। ਸੁੰਦਰ ਗਿਰਾ ਕਹੀ ਸੁਖ ਦਾਤਾ। ਉਹ ਸੁੱਖਾਂ ਨੂੰ ਦੇਣ ਵਾਲੇ ਭਾਵ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬੜੀ ਸੁੰਦਰ ਬਾਣੀ ਜਿਹੜੀ ਸੀ, ਬੜੇ ਮਿੱਠੇ ਬੋਲ ਆਪਣੇ ਮੁਖ ਤੋਂ ਸਾਨੂੰ ਕਹੇ। ਸਬਤ ਸ਼ਲੋਕੀ ਗੀਤਾ ਭਾਖੀ। ਸਾਨੂੰ ਅੱਗੋਂ ਕਿਹਾ ਪਿਤਾ ਜੀ ਅਸੀਂ ਸ਼ਬਦ ਸ਼ਲੋਕੀ ਗੀਤਾ ਪੜ੍ਹਦੇ ਆ। ਜਨ ਪੰਡਤ ਤੇ ਪੜ੍ਹ ਕਰ ਰਾਖੀ। ਉਹ ਸਾਨੂੰ ਇਉਂ ਸੁਣਾ ਦਿੱਤੀ ਜਿਵੇਂ ਕਿਸੇ ਪੰਡਤ ਕੋਲੋਂ ਪਹਿਲਾਂ ਹੀ ਪੜ੍ਹ ਕੇ ਰੱਖੀ ਹੋਵੇ। ਅਬ ਤੋ ਮਤ ਗੁਣਵਾਨਨ ਜੈਸੀ। ਹੁਣ ਤਾਂ ਜਿਹੜੀ ਮੱਤ ਹੈ ਇਹਨਾਂ ਦੀ ਅਕਲ ਉਹ ਬੜੀ ਵਿਦਵਾਨਾਂ ਵਾਲੀ ਹੈ। ਵੱਡੇ ਹੋਏ ਕਿਆ ਜਾਣਹਿ ਕੈਸੀ। ਜਦੋਂ ਵੱਡੇ ਹੋਣਗੇ ਪਤਾ ਨਹੀਂ ਫਿਰ ਕਿਹੋ ਜੀ ਅਕਲ ਮਤ ਰਹੇਗੀ। ਸੁਨ ਪੁਨ ਕਹਿਤ ਭਈ ਗੁਰ ਮਾਤਾ। ਸੁਣ ਕਰਕੇ ਨਾ ਮਹਾਰਾਜ ਦੇ ਪਿਤਾ ਜੀ ਤੋਂ ਇਹ ਬਚਨ ਗੁਰੂ ਜੀ ਦੇ ਮਾਤਾ ਤ੍ਰਿਪਤਾ ਜੀ ਤੇ ਸਮੇਂ ਕਹਿਣ ਲੱਗੇ। ਸੁਭ ਲੱਛਣ ਇਸ ਮਹਿ ਬਖਿਆਤਾ। ਕਿ ਸਾਡੇ ਪੁੱਤਰ ਦੇ ਅੰਦਰ ਪ੍ਰਗਟ ਹੀ ਬੜੇ ਹੀ ਸਾਰੇ ਸੁਭ ਲਕਸ਼ਣ ਹਨ। ਬਦਨ ਪ੍ਰਸੰਨ ਕਮਲ ਜਿਮ ਬਿਕਸਾ। ਵੇਖਿਆ ਨਹੀਂ ਤੁਸੀਂ ਕਿ ਬਦਨ ਮੁਖ ਕਿਵੇਂ ਖਿੜਿਆ ਰਹਿੰਦਾ ਹੈ, ਜਿਵੇਂ ਕਮਲ ਦਾ ਫੁੱਲ ਖਿੜਿਆ ਰਹਿੰਦਾ ਹੈ।
ਇਵੇਂ ਮੇਰੇ ਪੁੱਤਰ ਨਾਨਕ ਦਾ ਹਰ ਵੇਲੇ ਚਿਹਰਾ ਖਿੜਿਆ ਰਹਿੰਦਾ ਹੈ। ਰੋਦਨ ਸ਼ਬਦ ਨਾ ਮੁਖ ਤੇ ਨਿਕਸਾ, ਕਦੇ ਵੀ ਰੋਣ ਦੀ ਆਵਾਜ਼ ਮੁਖ ਤੋਂ ਨਹੀਂ ਇਹਨਾਂ ਦੇ ਨਿਕਲੀ ਅਜੇ ਤੱਕ। ਸਿਸ ਮਹਿ ਖੇਲਤ ਦੇਤ ਨਾ ਗਾਰੀ, ਬੱਚਿਆਂ ਦੇ ਵਿੱਚ ਖੇਲਦਿਆਂ ਕਦੇ ਇਹਨਾਂ ਨੇ ਆਪਣੇ ਮੁਖ ਤੋਂ ਕਿਸੇ ਨੂੰ ਗਾਲ ਨਹੀਂ ਦਿੱਤੀ। ਲਰਿਓ ਨਾ ਕਿਸ ਸਿਉ ਮਦਰ ਉਚਾਰੀ, ਕਦੇ ਵੀ ਕਿਸੇ ਨਾਲ ਲੜੇ ਨਹੀਂ ਅਜੇ ਤੱਕ, ਤੇ ਬਹੁਤ ਮਿੱਠਾ ਬੋਲ ਸਭ ਨਾਲ ਬੋਲਦੇ ਐ। ਨਰ ਨਾਰੀ ਸਭ ਕਰਤ ਵਡਾਈ, ਜਿੰਨੇ ਵੀ ਪੁਰਸ਼ ਇਸਤਰੀਆਂ ਨਾ ਸਾਰੇ ਬੜੀ ਵਡਿਆਈ ਕਰਦੇ ਆ ਸਾਡੇ ਪੁੱਤਰ ਦੀ। ਸੰਗ ਫਿਰਹਿ ਬਾਰਕ ਬਰਿਆਈ, ਤੇ ਜਿੰਨੇ ਵੀ ਬਾਲਕ ਹਨ ਸਾਰੇ ਮੱਲੋ ਮੱਲੀ ਜੋਰੋ ਜੋਰੀ ਨਾਲ ਹੀ ਮੇਰੇ ਪੁੱਤਰ ਦੇ ਫਿਰਦੇ ਰਹਿੰਦੇ ਆ ਸਾਰਾ ਦਿਨ। ਬ੍ਰਿਧ ਨਰਨ ਜਿਉ ਭਨਹਿ ਕਹਾਣੀ, ਜਿਵੇਂ ਕੋਈ ਸਿਆਣਾ ਵਿਦਵਾਨ ਬਜ਼ੁਰਗ ਆਪਣੇ ਮੁਖ ਤੋਂ ਕਹਾਣੀ ਕਹਿੰਦਾ ਹੈ ਨਾ ਕਥਾ, ਇਵੇਂ ਆਪਣੇ ਮੁਖ ਤੋਂ ਮੇਰਾ ਪੁੱਤਰ ਕਥਾ ਕਹਿੰਦਾ ਹੈ। ਗੁਰੂ ਨਾਨਕ ਸਾਹਿਬ ਦੀ ਬਾਬਤ ਕਹਿੰਦੇ ਆ ਮਾਤਾ ਜੀ, ਬਾਲ ਵਿਸਾਲ ਸੁਨਹਿ ਹਿਤ ਠਾਨੀ, ਤੇ ਸਾਰੇ ਜਿੰਨੇ ਵੀ ਬਾਲਕ ਹਨ ਬੜਾ ਹਿਤ ਪ੍ਰੇਮ ਧਾਰ ਕੇ ਸੁਣਦੇ ਐ। ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਬਤ ਕਹਿੰਦੇ ਆ ਉਹਨਾਂ ਕੋਲੋਂ ਕਥਾ। ਮਾਤ ਪਿਤਾ ਸੁਤ ਉਸਤਤ ਕਹਿ ਕਰ, ਮਾਤਾ ਪਿਤਾ ਗੁਰੂ ਜੀ ਦੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਹਿ ਕਰਕੇ, ਔਰ ਆਮੋਦ ਸੰਗ ਭੇ ਗਹਿਵਰ, ਤੇ ਬਹੁਤ ਜ਼ਿਆਦਾ ਹਿਰਦੇ ਵਿੱਚ ਆਨੰਦਿਤ ਹੋਏ ਤੇ ਇਉਂ ਲਵਾ ਲਵ ਆਨੰਦ ਨਾਲ ਹੀ ਭਰੇ ਹੋਏ ਐ ਆਪਣੇ ਪੁੱਤਰ ਦੀ ਵਡਿਆਈ ਸੁਣ ਕਰਕੇ। ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਔਲਾਦ ਦਾ ਜਸ ਸਰਵਣ ਕਰਦੇ ਐ। ਬਹੁਤ ਭਾਰੀ ਇਉਂ ਮਹਾਰਾਜ ਦੇ ਮਾਤਾ ਪਿਤਾ ਜੀ ਨੂੰ ਗੁਰੂ ਜੀ ਦਾ ਜਦੋਂ ਜਸ ਕਰਦੇ ਆ ਤਲਵੰਡੀ ਵਾਸੀ ਲੋਕ, ਬਹੁਤ ਖੁਸ਼ੀ ਹੁੰਦੀ ਹੈ। ਉਤ ਸ੍ਰੀ ਨਾਨਕ ਖੇਲ ਮਚਾਵਤ, ਉਧਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲਕਾਂ ਨਾਲ ਖੇਲ ਮਚਾਉਂਦੇ ਆ, ਖੇਲ ਕਰਦੇ ਹਨ। ਤਲਵੰਡੀ ਕੀ ਬੀਥੀ ਧਾਵਤ, ਜਿਹੜੀਆਂ ਤਲਵੰਡੀ ਨਗਰ ਦੀਆਂ ਬੀਥੀ ਗਲੀਆਂ ਹਨ ਉਹਨਾਂ ਵਿੱਚ ਹਜੂਰ ਦੌੜਦੇ ਨੇ। ਚੜ੍ਹੇ ਤਰੋਵਰ ਜਸਬਦ ਕੂਦਹੇ, ਬੜੀ ਛੇਤੀ ਨਾਲ ਹੀ ਰੁੱਖ ਤੇ ਚੜ੍ਹ ਕੇ ਤੇ ਛੇਤੀ ਹੀ ਛਾਲ ਮਾਰ ਦਿੰਦੇ ਆ। ਬਾਲਕਾਂ ਦੀਆਂ ਖੇਡਾਂ ਦੱਸਦੇ ਆ ਕਵੀਰਾਜ। ਸਿਸ ਕੋ ਸਿਸ ਮਿਲ ਲੋਚਨ ਮੂੰਦਹੇ, ਇੱਕ ਬਾਲਕ ਦੂਸਰੇ ਨੂੰ ਮਿਲ ਕਰਕੇ ਉਸ ਦੀਆਂ ਅੱਖਾਂ ਮੀਟਦਾ ਹੈ। ਭਾਗ ਚਲਹਿ ਨਹਿ ਦੇਤ ਗਹਾਈ, ਤੇ ਕਦੇ ਭੱਜ ਚੱਲਦੇ ਐ, ਇਉਂ ਫਿਰ ਫੜੇ ਨਹੀਂ ਜਾਂਦੇ। ਇਉਂ ਜਿਵੇਂ ਲੁਕਣ ਮੀਚੀ ਖੇਲਦੇ ਐ, ਰੁੱਖ ਤੇ ਚੜ੍ਹ ਕਰਕੇ ਫਿਰ ਜਿਹੜਾ ਹੈ ਰੁੱਖ ਤੋਂ ਛਾਲ ਮਾਰਨੀ ਬੜੀ ਜਲਦੀ ਦੇ ਨਾਲ, ਤੇ ਅੱਖਾਂ ਮੀਟ ਕਰਕੇ ਜਿਹੜਾ ਹੈ ਰੱਖਣੀਆਂ, ਫਿਰ ਸਭ ਨੇ ਲੁਕ ਜਾਣਾ ਤੇ ਫਿਰ ਲੱਭਣਾ। ਇਉਂ ਜਿਹੜਾ ਫਿਰ ਇਹ ਪੰਕਤੀ ਫਿਰ ਪੜੋ। ਭਾਗ ਚਲਹਿ ਨਹਿ ਦੇਤ ਗਹਾਈ, ਤੇ ਫਿਰ ਫੜਨ ਜਿਹੜਾ ਹੈ ਉਹ ਖੇਡਦੇ ਐ, ਭੱਜ ਚੱਲਦੇ ਆ ਬਾਲਕ ਇੱਕ ਦੂਸਰੇ ਦੇ ਅੱਗੇ, ਫਿਰ ਫੜੇ ਨਹੀਂ ਜਾਂਦੇ ਹਨ। ਅਤ ਲਗਤਾ ਕਰ ਛਵੈ ਹੈ ਦਾਈ, ਬਹੁਤ ਕਾਹਲੀ ਕਰਕੇ ਜਿਹੜਾ ਦਾਈ ਨਿਸ਼ਾਨਾ ਬੰਨਿਆ ਹੁੰਦਾ ਨਾ ਉਹਨੂੰ ਜਾ ਕਰਕੇ ਛੋਂਦੇ ਐ। ਇਹ ਪਿੰਡ ਦੀਆਂ ਖੇਲਾਂ ਹੁਣ ਤਾਂ ਅਲੋਪ ਹੀ ਹੋ ਗਈਆਂ। ਇਹ ਜਿਹਨੂੰ ਇੱਕ ਥਾਂ ਤੇ ਖਿਲਾਰਿਆ ਹੋਵੇ ਉਹਨੂੰ ਦਾਈ ਕਹਿੰਦੇ ਐ, ਤੇ ਉਹਨੂੰ ਛੋਹਣਾ, ਤੇ ਜੇ ਕਰਕੇ ਉਹਨੇ ਅੱਗੋਂ ਹੱਥ ਲਾ ਦਿੱਤਾ ਤਾਂ ਫਿਰ ਉਹਨੂੰ ਦਾਈ ਬਣਨਾ ਪੈਂਦਾ ਹੈ ਜਿਹਨੂੰ ਜਿਹੜਾ ਹੱਥ ਲੱਗ ਗਿਆ ਹੋਵੇ। ਇਸ ਤਰ੍ਹਾਂ ਅਤ ਲਗਤਾ ਕਰ, ਬਹੁਤੀ ਲਗਤਾ ਛੇਤੀ ਕਰਕੇ ਬੜੀ ਕਾਹਲੀ ਕਰਕੇ ਦਾਈ ਨੂੰ ਜਿਹੜਾ ਹੈ ਉੱਥੇ ਖਿਲਾਰਿਆ ਜਿਸ ਨੂੰ, ਉਹਨੂੰ ਛੋਂਦੇ ਆ, ਯਤਨ ਕਰਦੇ ਹਨ। ਇੱਕ ਇੱਕ ਕੋ ਲੈ ਕੰਧ ਉਚਾਈ, ਫਿਰ ਇੱਕ ਖੇਡ ਹੋਰ ਵੈ, ਇੱਕ ਇੱਕ ਨੂੰ ਲੈ ਕਰਕੇ ਆਪਣੇ ਮੋਢਿਆਂ ਤੇ ਚੁੱਕ ਕੇ ਦੌੜਨਾ ਹੈ, ਤੇ ਜਿਹੜਾ ਪਹਿਲੋਂ ਉਸ ਬੰਨੀ ਹੋਈ ਹੱਦ ਨੂੰ ਪਾਰ ਕਰ ਜੇ ਉਹ ਜਿੱਤ ਜਾਂਦਾ ਏ। ਜਾਹੇ ਨਿਸ਼ਾਨੀ ਜਹਾ ਬਣਾਈ, ਤੇ ਜਿੱਥੇ ਨਿਸ਼ਾਨੀ ਬਣਾਈ ਹੁੰਦੀ ਹੈ, ਜਿੱਥੇ ਉਹ ਹੱਦ ਰੱਖੀ ਹੁੰਦੀ ਹੈ, ਉਹਨੂੰ ਜਿਹੜਾ ਭੱਜਦਾ ਹੋਇਆ ਮੋਢਿਆਂ ਤੇ ਇੱਕ ਨੂੰ ਚੱਕਿਆ ਹੋਇਆ ਹੈ, ਜਿਹੜਾ ਤੇਜ਼ੀ ਨਾਲ ਭੱਜ ਕੇ ਪਹਿਲਾਂ ਲੰਘ ਜਾਵੇ ਉਹ ਜਿੱਤ ਜਾਂਦਾ ਏ। ਜਹ ਬਹੁ ਧੂਰ ਬਣਾਵਹਿ ਢੇਰੀ, ਤੇ ਉਹ ਨਿਸ਼ਾਨੀਆਂ ਕਿਵੇਂ ਬੰਨੀਆਂ ਹੋਈਆਂ, ਜਿਸ ਥਾਂ ਦੇ ਉੱਤੇ ਬਹੁਤੀ ਧੂੜ ਮਿੱਠੀ ਕਰਕੇ ਮਿੱਟੀ ਜਿਹੜੀ ਆ ਇਕੱਠੀ ਕਰਕੇ ਢੇਰੀਆਂ ਬਣਾਈਆਂ ਨੇ। ਬਦ ਬਦ ਕੂਦ ਕੁਲਾਚਨ ਕੇਰੀ, ਤੇ ਇਉਂ ਮਿਥ ਕੇ ਭਾਵ ਜਿਹੜੀਆਂ ਹਨ ਛਾਲਾਂ ਉਹ ਇੱਕ ਦੂਸਰੇ ਨਾਲੋਂ ਵੱਧ ਕਰਕੇ ਮਾਰਦੇ ਐ। ਇਉਂ ਜਿਹੜਾ ਹੈ ਢੇਰੀ ਦੇ ਉੱਤੋਂ ਜਿਹੜਾ ਹੈ ਉੱਚੀ ਛਾਲ ਭਰ ਕੇ ਜਿਹੜੀ ਆ ਉਹ ਹੱਦ ਬੰਨੀ ਹੁੰਦੀ ਹੈ,
ਕਿ ਇਸ ਤੋਂ ਅੱਗੇ ਪੈਰ ਨਹੀਂ ਜਾਣਾ ਚਾਹੀਦਾ। ਉੱਥੋਂ ਇਉਂ ਸਾਰੇ ਜਿਹੜੇ ਹਨ ਉਹ ਜਿਉਂ ਮਿੱਥ ਕੇ ਸਾਰੇ ਛਾਲਾਂ ਮਾਰਦੇ ਹਨ। ਬੇਦੀ ਬੰਸਨ ਕੇ ਸਿਸ ਚਾਰੂ, ਬੇਦੀ ਬੰਸ ਦੇ ਸਾਰੇ ਜਿਹੜੇ ਬੜੇ ਸੁੰਦਰ ਬਾਲਕ ਜੋ ਹਨ, ਜਿਨ ਪਹਿਰੇ ਭੂਖਨ ਧੁਨ ਕਾਰੂ, ਜਿਨ੍ਹਾਂ ਦੇ ਸਾਰਿਆਂ ਦੇ ਭੂਖਣ ਗਹਿਣੇ ਜਿਹੜੇ ਹਨ ਪਹਿਨੇ ਹੋਏ ਐ, ਬੜੇ ਜਿਹੜੇ ਧੁਨੀ ਆਵਾਜ਼ ਕਰਦੇ ਆ ਦੌੜਦਿਆਂ ਹੋਇਆਂ ਬੱਚਿਆਂ ਦੇ। ਬਹੁ ਬੈਸਨ ਕੇ ਸਿਸ ਤਿਹ ਥਾਈ, ਬਹੁਤ ਇਸ ਪ੍ਰਕਾਰ ਜਿਹੜੇ ਹਨ ਇਉਂ ਬੈਸਨ ਕੇ ਭਾਵ ਉਮਰਾ ਦੇ ਜਿਹੜੇ ਬਾਲਕ ਹਨ ਉਹ ਉਸ ਥਾਂ ਦੇ ਉੱਪਰ। ਕਾਕ ਪਖ ਜਿਨ ਸੀਸ ਬਣਾਈ, ਕਾਕ ਪੱਖ ਇਉਂ ਮੋਰ ਖੰਭ ਜਿਹੜੇ ਆਦਿਕ ਜਿਨ੍ਹਾਂ ਦੇ ਇਸ ਪ੍ਰਕਾਰ ਸੀਸ ਤੇ ਜੋ ਲੱਗੇ ਹੋਏ ਸ਼ੋਭਦੇ ਹਨ ਇਸ ਪ੍ਰਕਾਰ। ਵਿਪਰਨ ਕੇ ਬਾਲਕ ਮਿਲ ਬ੍ਰਿੰਦਾ, ਤੇ ਇਉਂ ਬ੍ਰਾਹਮਣਾਂ ਦੇ ਬਾਲਕ ਵੀ ਬਹੁਤ ਸਾਰੇ ਮਿਲ ਕਰਕੇ ਖੇਲਤ ਤਜਹੇ ਨਾ ਸੰਗ ਮੁਕੰਦਾ, ਖੇਲਦਿਆਂ ਹੋਇਆਂ ਮੁਕਤੀ ਦਾਤਾ ਸਤਿਗੁਰੂ ਜੀ ਦਾ ਸਾਥ ਨਹੀਂ ਛੱਡਦੇ। ਹਰ ਵੇਲੇ ਇਉਂ ਮਹਾਰਾਜ ਜੀ ਦੇ ਨਾਲ ਹੀ ਲੱਗੇ ਰਹਿੰਦੇ ਐ। ਇਉਂ ਲੱਗਦਾ ਸਭ ਨੂੰ ਕਿ ਜਿਹੜੀ ਖੇਲ ਆ ਉਹ ਖਤਮ ਹੀ ਨਾ ਹੋਵੇ, ਸੂਰਜ ਅਸਤ ਹੀ ਨਾ ਹੋਵੇ। ਮਹਾਰਾਜ ਸਾਹਿਬ ਜੀ ਦੇ ਨਾਲ ਹੀ ਹਰ ਵੇਲੇ ਖੇਡਣ ਵਿੱਚ ਮਸਤ ਰਹਿੰਦੇ ਐ। ਇਉਂ ਸਾਰਾ ਹੀ ਜਿਹੜਾ ਦਿਨ ਹੈ ਬਾਲਕ ਉਹ ਖੇਡਦੇ ਰਹਿੰਦੇ ਐ। ਏਕ ਬਾਰ ਬਾਰਕ ਜੋ ਆਇਓ, ਇੱਕ ਵਾਰ ਜਿਹੜਾ ਕੋਈ ਬਾਲਕ ਮਹਾਰਾਜ ਸਾਹਿਬ ਜੀ ਦੇ ਕੋਲ ਆ ਜਾਂਦਾ ਹੈ ਖੇਡ ਵਿੱਚ, ਪੁਨ ਆਵਹਿ ਨਿਤ ਚਿਤ ਬਿਰਮਾਇਓ, ਉਹ ਫਿਰ ਨਿਤਾ ਪ੍ਰਤੀ ਆਉਂਦਾ ਹੈ, ਇੰਨਾ ਉਹਦਾ ਚਿੱਤ ਮਸਤ ਹੋ ਜਾਂਦਾ ਹੈ ਮਹਾਰਾਜ ਦੀ ਸੰਗਤ ਵਿੱਚ। ਭੂਰ ਭਾਗ ਜਾਗੇ ਜਿਨ ਮਾਥੇ, ਜਿਨ੍ਹਾਂ ਦੇ ਮੱਥੇ ਦੇ ਉੱਤੇ ਵੱਡੇ ਭਾਗ ਜਾਗੇ ਨੇ, ਕਰਹਿ ਸਪਰਸਨ ਬੋਲਨ ਸਾਥੇ, ਉਹ ਸ੍ਰੀ ਗੁਰੂ ਜੀ ਨੂੰ ਖੇਡਦਿਆਂ ਹੋਇਆਂ ਸਪਰਸ਼ ਕਰ ਲੈਂਦੇ ਐ ਤੇ ਮਹਾਰਾਜ ਜੀ ਦੇ ਨਾਲ ਬੋਲਦੇ ਐ, ਬਚਨ ਕਰਦੇ ਐ। ਕਵੀਰਾਜ ਕਹਿੰਦੇ ਥੋੜੇ ਭਾਗ ਨਹੀਂ ਵੱਡੇ ਹੀ ਭਾਗ ਐ ਮਸਤਕ ਦੇ ਉਹਨਾਂ ਬਾਲਕਾਂ ਦੇ ਜਿਹੜੇ ਸ੍ਰੀ ਗੁਰੂ ਜੀ ਨੂੰ ਹੱਥਾਂ ਨਾਲ ਸਪਰਸ਼ ਕਰ ਲੈਂਦੇ ਐ ਤੇ ਸ੍ਰੀ ਗੁਰੂ ਜੀ ਦੇ ਬੋਲ ਕੰਨਾਂ ਨਾਲ ਸੁਣਦੇ ਹਨ। ਧੰਨ ਹਨ ਉਹ ਬਾਲਕ, ਧੰਨ ਹਨ ਉਹ ਤਲਵੰਡੀ ਵਾਸੀ, ਧੰਨ ਤਲਵੰਡੀ ਦੀਆਂ ਗਲੀਆਂ, ਉਹ ਧਰਤੀ, ਉਹ ਆਕਾਸ਼। ਸ੍ਰੀ ਗੁਰੂ ਜੀ ਦਾ ਬਚਪਨ ਜਿਸ ਆਕਾਸ਼ ਨੇ ਵੇਖਿਆ, ਜਿਸ ਧਰਤੀ ਨੇ ਐਸੇ ਸਤਿਗੁਰਾਂ ਜੀ ਨੂੰ ਆਪਣੀ ਗੋਦ ਵਿੱਚ ਖੜਾਇਆ ਏ। ਨਰਾਜ ਛੰਦ ਸਿਸੋਂ ਵਿਖੇ ਬਿਨਾ ਲਖੇ, ਪੜ੍ਹ ਦਿਓ ਪੰਕਤੀ। ਸਿਸੋ ਵਿਖੇ ਬਿਨਾ ਲਖੇ, ਅਖੇਲ ਖੇਲ ਖੇਲ ਹੀ। ਜਿਹੜੇ ਬਾਲਕ ਹਨ ਉਹਨਾਂ ਵਿੱਚ ਖੇਲ ਖੇਲਦੇ ਆ ਸੱਚੇ ਪਾਤਸ਼ਾਹ, ਜੋ ਆਪ ਅਖੇਲ ਹਨ, ਭਾਵ ਖੇਲਣ ਤੋਂ ਰਹਿਤ ਹਨ, ਖੇਡ ਤੋਂ ਬਾਹਰ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਕੋਈ ਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ, ਐਸੇ ਸਤਿਗੁਰੂ ਜੀ ਬਾਲਕਾਂ ਵਿੱਚ ਮਿਲੇ ਹੋਏ ਸੱਚੇ ਪਾਤਸ਼ਾਹ ਜੀ ਖੇਲ ਖੇਲਦੇ ਆ। ਗਰੀਬ ਨਵਾਜ ਆਪ ਜੋ ਖੇਲਾਂ ਤੋਂ ਰਹਿਤ ਹਨ। ਮਿਲਾਏ ਬ੍ਰਿੰਦ ਬਾਲਕੋ ਪਹੇਲ ਲਾਲ ਮੇਲ ਹੀ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਹੁਤੇ ਬਾਲਕਾਂ ਨੂੰ ਮੇਲ ਕਰਕੇ ਹਜੂਰ ਪਹੇਲੀਆਂ ਪਾਉਂਦੇ, ਭਾਵ ਬੁਝਾਰਤਾਂ ਪਾਉਂਦੇ ਆ ਗਰੀਬ ਨਵਾਜ। ਇਉਂ ਫਿਰ ਜਿਹੜਾ ਬੁੱਝਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੇ ਤਾਈਂ ਗਰੀਬ ਨਵਾਜ ਬਖਸ਼ਿਸ਼ ਕਰਦੇ ਐ। ਬਹੁਤ ਭਾਰੀ ਸਤਿਗੁਰੂ ਜੀ ਮਿਹਰ ਦੀ ਨਿਗਾਹ ਨਾਲ ਤੱਕਦੇ ਐ। ਇਉਂ ਸਤਿਗੁਰੂ ਜੀ ਆਪ ਵੀ ਦੱਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲਕਾਂ ਨੂੰ ਪਰਮਾਰਥ ਦਾ ਰਾਹ ਦਰਸਾਉਂਦੇ ਐ। ਧਰਾ ਸਰੀਰ ਹੇਤ ਦੰਭ ਮਾਨ ਕੋ ਨਿਕੰਦਨਾ, ਪਖੰਡ ਨੂੰ ਇਸ ਪ੍ਰਕਾਰ ਤੇ ਸਰੀਰ ਦੇ ਮਾਣ ਨੂੰ ਇਉਂ ਸਤਿਗੁਰੂ ਜੀ ਨੇ ਨਿਕੰਦਨ ਨਾਸ਼ ਕਰਨ ਵਾਸਤੇ ਹਜੂਰ ਨੇ ਆਪਣਾ ਅਵਤਾਰ ਧਾਰਨ ਕੀਤਾ ਹੈ। ਹੰਕਾਰ ਨੂੰ ਤੇ ਪਖੰਡ ਨੂੰ ਨਾਸ਼ ਕਰਨ ਵਾਸਤੇ। ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ, ਮੁਕਤੀ ਦਾਤਾ ਸਤਿਗੁਰਾਂ ਜੀ ਦੇ ਚਰਨਾਂ ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਵੇਂ ਹੱਥ ਜੋੜ ਕਰਕੇ ਮੈਂ ਨਮਸਕਾਰ ਕਰਦਾ ਹਾਂ। ਕਬਿਤ ਬਾਨ ਜਿਮ ਲਛ ਪਰ। ਇਸ ਪ੍ਰਕਾਰ ਹੁਣ ਅਗਲਾ ਪ੍ਰਸੰਗ ਜਿਹੜਾ ਹੈ ਉਹ ਆਰੰਭ ਹੁੰਦਾ ਹੈ। ਇਹ 8ਵਾਂ ਅਧਿਆਇ ਹੈ ਜਿਹਦੇ ਵਿੱਚ ਮੁੱਲਾਂ ਪ੍ਰਤ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਐ ਤੇ ਇਸ ਅਧਿਆਇ ਦਾ ਮੰਗਲਾ ਚਰਨ ਕਵੀਰਾਜ ਆਰੰਭ ਕਰਦੇ ਹਨ। ਸਮਾਂ ਹੈ ਇਸ ਕਰਕੇ ਆਪਾਂ ਮੰਗਲਾ ਚਰਨ ਤੇ ਥੋੜੀ ਜਿੰਨੀ ਕਥਾ ਹੋਰ ਹੋਏਗੀ 15 ਮਿੰਟ ਉਹ ਸਰਵਣ ਕਰੀਏ ਪਿਆਰ ਨਾਲ। ਕਬਿਤ ਬਾਨ ਜਿਮ ਲਛ ਪਰ। ਕਵੀਰਾਜ ਇਉਂ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਐ ਕਿ ਗੁਰੂ ਮਹਾਰਾਜ ਦੇ ਸਿੱਖ ਜੋ ਹਨ, ਜਿਨ੍ਹਾਂ ਨੇ ਮਹਾਰਾਜ ਦੀ ਪ੍ਰੇਮ ਨਾਲ ਸਿੱਖੀ ਧਾਰਨ ਕੀਤੀ ਹੈ, ਉਹ ਮੋਹ ਉੱਤੇ ਇਉਂ ਫਤਿਹ ਪਾ ਲੈਂਦੇ ਐ
ਦੱਸਦੇ ਹਨ ਪ੍ਰਮਾਣ ਦੇ ਕੇ ਕਿਵੇਂ ਮੋਹ ਤੇ ਫਤਿਹ ਪਾ ਲੈਂਦੇ ਆ। ਕਹਿੰਦੇ ਬਾਣ ਜਿਮ ਲੱਛ ਪਰ, ਜਿਵੇਂ ਬਾਣ ਤੀਰ ਜਿਹੜਾ ਲਕਸ਼ ਨੂੰ ਵਿੰਨ ਦਿੰਦਾ ਹੈ ਨਾ, ਨਿਸ਼ਾਨੇ ਨੂੰ, ਇਉਂ ਗੁਰੂ ਕੇ ਸਿੱਖ ਮੋਹ ਨੂੰ ਜਿੱਤ ਲੈਂਦੇ ਆ। ਸੱਚੇ ਪਾਤਸ਼ਾਹ ਜੀ ਦੇ ਸਿੱਖ ਜਿਹੜੇ ਪ੍ਰੇਮ ਨਾਲ ਸਿੱਖੀ ਕਮਾਉਂਦੇ ਸੱਚੇ ਪਾਤਸ਼ਾਹ ਜੀ ਦੀ, ਜਿਵੇਂ ਤੀਰ ਲਕਸ਼ ਨੂੰ ਵਿੰਨ ਦਿੰਦਾ ਏ। ਵੀਰ ਭੱਦਰ ਦਛ ਪਰ, ਵੀਰ ਭੱਦਰ ਇੱਕ ਸ਼ਿਵ ਜੀ ਦੇ ਗਣ ਦਾ ਨਾਮ ਹੈ ਤੇ ਦਛ ਪ੍ਰਜਾਪਤੀ ਜਿਹੜਾ ਹੈ ਉਹ ਸ਼ਿਵ ਜੀ ਦਾ ਸਹੁਰਾ ਸੀਗਾ ਤੇ ਉਸ ਨੇ ਇਹ ਲੰਬੀ ਸਾਖੀ ਸ਼ਿਵ ਜੀ ਨੂੰ ਸਨਮਾਨ ਨਹੀਂ ਸੀਗਾ ਦਿੱਤਾ ਤੇ ਫਿਰ ਗੁੱਸੇ ਵਿੱਚ ਆ ਕਰਕੇ ਸ਼ਿਵਾ ਨੇ ਆਪਣੇ ਗਣ ਛੱਡੇ ਸੀ। ਇਹ ਵੀਰ ਭੱਦਰ ਜਿਹੜਾ ਹੈ ਜਿਵੇਂ ਦਸ਼ ਪ੍ਰਜਾਪਤੀ ਦੇ ਉੱਤੇ ਬੜਾ ਬਲੀ ਹੈ। ਨਦੀ ਮਦ ਮਛ ਪਰ, ਤੇ ਨਦੀ ਦੇ ਮੱਧ ਅੰਦਰ ਮੱਛ ਦੇ ਉੱਪਰ ਦਾਸ ਜਾਲ ਪਾਨ ਹੈ। ਜਿਹੜਾ ਜਾਲ ਪਾਉਣ ਵਾਲਾ ਦਾਸ ਭਾਵ ਚੀਵਰ ਹੈ ਉਹ ਜਿਵੇਂ ਬੜਾ ਬਲੀ ਹੈ। ਇਹ ਸਾਰੇ ਪ੍ਰਮਾਣ ਦੇ ਕੇ ਦੱਸਿਆ ਇਵੇਂ ਗੁਰੂ ਕੇ ਸਿੱਖ ਮੋਹ ਨੂੰ ਜਿੱਤਣ ਵਿੱਚ ਬਲੀ ਹਨ। ਇਸੇ ਕਵਿਤ ਦੀ ਅਖੀਰਲੀ ਪੰਕਤੀ ਉਹ ਆਵੇਗੀ ਤੇ ਇਸੇ ਹੀ ਪੰਕਤੀ ਨੂੰ ਸਿੱਧ ਕਰਦੇ ਹੋਏ ਕਵੀ ਜੀ ਕਹਿੰਦੇ ਐ ਕਿ ਜਿਵੇਂ ਜਾਲ ਦੇ ਪਾਉਣ ਵਿੱਚ ਚੀਵਰ ਬੜਾ ਬਲੀ ਹੁੰਦਾ ਨਾ ਮੱਛ ਨੂੰ ਪਕੜਨ ਵਿੱਚ, ਇਵੇਂ ਗੁਰੂ ਕੇ ਸਿੱਖ ਉਗਤੀਆਂ ਜੁਗਤੀਆਂ ਦਾ ਜਾਲ ਪਾ ਕਰਕੇ ਨਾ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਉਂ ਉਗਤੀਆਂ ਜੁਗਤੀਆਂ ਦਾ ਜਾਲ ਪਾ ਕਰਕੇ ਆਪਣੇ ਮਨ ਰੂਪੀ ਮੱਛ ਨੂੰ ਪਕੜਨ ਵਿੱਚ ਸਫਲੇ ਹੋ ਜਾਂਦੇ ਐ। ਸਤਿਗੁਰੂ ਜੀ ਦੀ ਪ੍ਰੀਤ ਦੇ ਨਾਲ ਉਹਨੂੰ ਕਾਬੂ ਕਰ ਲੈਂਦੇ ਐ। ਜਿਸ ਤਰ੍ਹਾਂ ਤੀਰ ਲਕਸ਼ ਨੂੰ ਵਿੰਨ ਜਾਂਦਾ ਹੈ ਨਾ, ਇਵੇਂ ਸਤਿਗੁਰੂ ਜੀ ਦਾ ਸ਼ਬਦ ਜਿਹੜਾ ਹੈ ਉਹ ਮੋਹ ਰੂਪੀ ਲਕਸ਼ ਨੂੰ ਵਿੰਨ ਜਾਂਦਾ ਹੈ, ਮੋਹ ਨੂੰ ਮਾਰ ਦਿੰਦੇ ਐ। ਜਿਵੇਂ ਦਸ਼ ਪ੍ਰਜਾਪਤੀ ਗਣ ਮੰਨਿਆ ਹੈ ਨਾ, ਇਵੇਂ ਸੱਚੇ ਪਾਤਸ਼ਾਹ ਜੀ ਦਾ ਗਿਆਨ ਜਿਹੜਾ ਹੈ ਨਾ, ਇਸ ਪ੍ਰਕਾਰ ਵੀਰ ਭੱਦਰ ਜਿਹੜਾ ਗਣ ਮੰਨਿਆ ਹੈ ਉਹ ਦਸ਼ ਪ੍ਰਜਾਪਤੀ ਦੇ ਉੱਤੇ ਜਿਹੜਾ ਹੈ ਆਸੁਰੀ ਸੰਪਦਾ ਦੇ ਉੱਤੇ ਹਾਵੀ ਹੋ ਜਾਂਦਾ। ਸੱਚੇ ਪਾਤਸ਼ਾਹ ਜੀ ਦਾ ਗਿਆਨ ਇਉਂ ਨਦੀ ਸੰਸਾਰ ਰੂਪੀ ਨਦੀ ਦੇ ਅੰਦਰੋਂ ਪਦਾਰਥਾਂ ਰੂਪੀ ਪਾਣੀ ਦੇ ਵਿੱਚੋਂ ਆਪਣੇ ਮਨ ਰੂਪੀ ਮੱਛ ਨੂੰ ਪਕੜਨ ਵਿੱਚ ਉਹ ਸਫਲੇ ਹੋ ਜਾਂਦੇ ਆ, ਭਾਵ ਮੋਹ ਨੂੰ ਜਿੱਤ ਲੈਂਦੇ ਆ। ਸ਼ੇਰ ਜਿਮ ਭਛ ਪਰ, ਫਿਰ ਹੋਰ ਪ੍ਰਮਾਣ ਦਿੰਦੇ ਆ, ਕਹਿੰਦੇ ਸ਼ੇਰ ਜਿਵੇਂ ਆਪਣੇ ਸ਼ਿਕਾਰ ਦੇ ਉੱਤੇ ਬੜਾ ਬਲੀ ਹੁੰਦਾ, ਸ਼ਹਿ ਮਾਰ ਕੇ ਬੈਠਦਾ, ਜਦੋਂ ਸ਼ਿਕਾਰ ਉਹਦੇ ਮਾਰ ਹੇਠਾਂ ਆਉਂਦਾ ਇੱਕ ਹੀ ਛਾਲ ਭਰ ਕੇ ਸ਼ਿਕਾਰ ਨੂੰ ਦਬੋਚ ਲੈਂਦਾ ਏ। ਬਾਜ ਜਿਮ ਪਛ ਪਰ, ਤੇ ਬਾਜ ਜਿਵੇਂ ਪੰਛੀਆਂ ਦੇ ਉੱਤੇ ਭਾਵ ਚਿੜੀ ਦੇ ਉੱਤੇ ਬਲੀ ਹੁੰਦਾ, ਇੱਕ ਹੀ ਪਹੁੰਚੇ ਦੇ ਨਾਲ ਪਕੜ ਲੈਂਦਾ ਹੈ, ਬਾਕੀ ਪੰਛੀ ਡਰਦੇ ਚੀਕਾਂ ਮਾਰਦੇ ਦੌੜਦੇ ਆ। ਚੰਡ ਬੇੜਾ ਲਛ ਪਰ, ਕੀਨ ਦੁੱਤ ਹਾਨ ਹੈ। ਇਸ ਪ੍ਰਕਾਰ ਜਿਹੜਾ ਹੈ ਚੰਡ ਜੋ ਚੰਡੀ ਹੈ ਦੇਵੀ, ਬਿੜਾ ਲੱਛ ਨਾਮ ਦਾ ਇੱਕ ਦੈਂਤ ਸੀਗਾ ਤੇ ਉਹਦੇ ਉੱਤੇ ਜਿਵੇਂ ਚੰਡੀ ਬੜੀ ਪ੍ਰਬਲ ਸੀਗੀ ਤੇ ਕੀਨ ਦੁੱਤ ਹਾਨ ਹੈ, ਉਹਦੀ ਦੁੱਤ ਸੋਭਾ ਜਿਵੇਂ ਫਿਰ ਹਾਨ ਕਰ ਦਿੱਤੀ ਸੀ, ਨਾਸ਼ ਕਰ ਦਿੱਤੀ ਸੀ। ਜਦੋਂ ਸ਼ੇਰ ਭੱਬ ਲੈ ਕੇ ਪੈਂਦਾ ਉਹ ਸ਼ਿਕਾਰ ਦੀ ਸੋਭਾ ਵੀ ਫਿਰ ਹੀਨ ਹੋ ਜਾਂਦੀ ਹੈ। ਜਦੋਂ ਬਾਜ ਜਿਹੜਾ ਹੈ ਚੰਗੀ ਆਵਾਜ਼ ਦੇ ਕਰਕੇ ਜਦੋਂ ਉਡਾਰੀ ਭਰਦਾ ਹੋਇਆ ਆਪਣੇ ਪਹੁੰਚਿਆਂ 'ਚ ਪਕੜਦਾ ਹੈ, ਉਦੋਂ ਫਿਰ ਪੰਛੀ ਦੀ ਵੀ ਸੋਭਾਹੀਨ ਹੋ ਜਾਂਦੀ ਹੈ। ਜਦੋਂ ਚੰਡੀ ਲਲਕਾਰ ਕੇ ਪਈ ਸੀਗੀ ਬਿੜਾ ਲੱਛ ਦੈਂਤ ਦੇ ਉੱਤੇ, ਕੀਨ ਦੁੱਤ ਹਾਨ ਹੈ, ਜਿਵੇਂ ਉਹਦੀ ਦੁੱਤ ਸੋਭਾਹਾਨ ਨਾਸ਼ ਕਰ ਦਿੱਤੀ ਸੀ, ਇਵੇਂ ਗੁਰੂ ਕੇ ਸਿੱਖ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰੇਮ ਵਿੱਚ ਭਿੱਜੇ ਹੋਏ ਸ਼ਬਦ ਦੀ ਦੈਵੀ ਸੰਪਦਾ ਨੂੰ ਲੈ ਕਰਕੇ ਚੜ੍ਹਾਈ ਕਰਦੇ ਆ, ਸਾਰੀ ਆਸਰੀ ਸੰਪਦਾ ਜਿਹੜੀ ਆ ਉਹਦੀ ਦੁੱਤਹੀਨ ਹੋ ਜਾਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਖੰਭ ਲਾ ਕੇ ਉੱਡ ਜਾਂਦੇ, ਨਾਸ਼ ਹੋ ਜਾਂਦੇ ਆ। ਰਾਮ ਛਿਤ ਪਾਲ ਪਰ, ਹੁਣ ਇਸ ਪ੍ਰਕਾਰ ਇੱਥੇ ਕਹਿੰਦੇ ਹਨ ਰਾਮ ਛਿਤ ਪਾਲ ਪਰ। ਛਿਤਪਾਲ ਕਹਿੰਦੇ ਧਰਤੀ ਨੂੰ ਪਾਲਣ ਵਾਲੇ ਕੌਣ? ਛਤਰੀ ਰਾਜੇ। ਤੇ ਇਹ ਪਹਿਲਾ ਰਾਮ ਜਿਹੜਾ ਹੈ, ਕਿਉਂਕਿ 3 ਵਾਰੀ ਰਾਮ ਜ਼ਿਕਰ ਕੀਤਾ ਹੈ ਕਵੀ ਜੀ ਨੇ ਇਸ ਪੰਕਤੀ ਦੇ ਅੰਦਰ। ਪਹਿਲਾ ਜਿਹੜਾ ਹੈ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਫਰਮਾਉਂਦੇ ਹਨ, ਫਿਰ ਪੜੋ। ਰਾਮ ਛਿਤ ਪਾਲ ਪਰ, ਜਿਹੜਾ ਪਰਸ਼ੁਰਾਮ ਸੀਗਾ, ਇਹ ਪਹਿਲਾ ਜਿਹੜਾ ਪਰਸ਼ੁਰਾਮ ਦਾ ਜ਼ਿਕਰ ਆਉਂਦਾ ਹੈ ਕਿ ਪਰਸ਼ੁਰਾਮ ਜਿਹੜਾ ਹੈ ਉਹਨੇ ਛਤਰੀਆਂ ਨੂੰ, ਜਿਹੜੇ ਛਿਤਪਾਲ ਧਰਤੀ ਨੂੰ ਪਾਲਣ ਵਾਲੇ ਛਤਰੀ ਸੀ ਨਾ, ਉਹਨਾਂ ਦੇ ਉੱਤੇ ਜਿਵੇਂ ਇਹ ਬਲਵਾਨ ਸੀਗਾ, ਬਹੁਤ ਜ਼ਿਆਦਾ ਇਸ ਪ੍ਰਕਾਰ ਛਤਰੀਆਂ ਨੂੰ ਮਾਰ ਕਰਕੇ ਇਹਨਾਂ ਦੇ ਲਹੂ ਦੇ ਕੁੰਡ ਵਿੱਚ ਨਹਾਤਾ ਸੀਗਾ। ਰਾਮ ਸੁਰ ਸਾਲ ਪਰ, ਤੇ ਇਸ ਪ੍ਰਕਾਰ ਜਿਹੜੇ ਸੁਰ ਸਾਲ
ਦੇਵਤਿਆਂ ਨੂੰ ਦੁੱਖ ਦੇਣ ਵਾਲਾ ਕੌਣ ਹੈ? ਰਾਵਣ। ਰਾਵਣ ਦੇ ਉੱਤੇ ਜਿਵੇਂ ਸ਼੍ਰੀ ਰਾਮਚੰਦਰ ਜੀ ਬੜੇ ਪ੍ਰਬਲ ਸਨ। RAM ਮਗ ਪਾਲ ਪਰ ਤੇ ਤੀਸਰਾ ਰਾਮ ਹੈ ਜਿਹੜੇ ਬਲਰਾਮ ਜੀ ਸ਼੍ਰੀ ਕ੍ਰਿਸ਼ਨ ਜੀ ਦੇ ਭਰਾ ਹੋਏ ਐ। ਤੇ ਮਗਪਾਲ ਪਰ ਜਿਹੜਾ ਮਗਧ ਦੇਸ਼ ਦਾ ਰਾਜਾ ਸੀਗਾ ਜਰਾਸੰਧ, ਉਹਦੇ ਉੱਤੇ ਜਿਵੇਂ ਬੜੇ ਬਲਵਾਨ ਸਨ। ਜੈਸੇ ਸਾਵਧਾਨ ਹੈ ਜਿਸ ਤਰ੍ਹਾਂ ਸਾਵਧਾਨ ਹਨ, ਇਸ ਪ੍ਰਕਾਰ ਕਹਿੰਦੇ ਐ ਕਿ ਜਿਹੜਾ ਪਰਸ਼ੁਰਾਮ ਹੈ ਉਹ ਜਿਵੇਂ ਬੜਾ ਬਲੀ ਹੈ ਛਤਰੀਆਂ ਦੇ ਉੱਤੇ, ਸ਼੍ਰੀ ਰਾਮਚੰਦਰ ਜੀ ਬਲੀ ਹਨ ਰਾਵਣ ਦੇ ਉੱਤੇ, ਤੇ ਬਲਭੱਦਰ ਜਿਹੜਾ ਹੈ ਬਲਰਾਮ ਉਹ ਬਲੀ ਹੈ ਇਸ ਪ੍ਰਕਾਰ ਮਗਧ ਨਰੇਸ਼ ਜਿਹੜਾ ਹੈ ਉਹਦੇ ਉੱਪਰ। ਇਸ ਪ੍ਰਕਾਰ ਕਹਿੰਦੇ ਗੁਰੂ ਕੇ ਸਿੱਖ ਮੋਹ ਦੇ ਉੱਪਰ ਬੜੇ ਬਲੀ ਹਨ। ਸ਼ੱਕਰ ਜਿਮ ਕੋਹ ਪਰ ਇਸ ਪ੍ਰਕਾਰ ਹੁਣ ਖੀਰਲੀ ਪੰਕਤੀ ਹੈ, ਫਿਰ ਉਹਦੇ ਵਿੱਚ ਹੋਰ ਪ੍ਰਮਾਣ ਦਿੰਦੇ ਆ। ਸ਼ੱਕਰ ਕਹਿੰਦੇ ਆ ਇੰਦਰ ਨੂੰ। ਇੰਦਰ ਕਹਿੰਦੇ ਜਿਵੇਂ ਪਹਾੜ ਦੇ ਉੱਤੇ ਬੜਾ ਬਲੀ ਹੈ। ਚੱਕਰ ਹਰ ਦਰੋਹ ਪਰ ਤੇ ਜਿਹੜਾ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਹੈ ਉਹ ਦਰੋਹੀਆਂ ਦੇ ਉੱਤੇ, ਵੈਰੀਆਂ ਦੇ ਉੱਤੇ ਬੜਾ ਹੀ ਬਲੀ ਮੰਨਿਆ ਹੈ। ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ। ਇਸ ਤਰ੍ਹਾਂ ਇਹ ਸਾਰੇ ਪ੍ਰਮਾਣ ਦੇ ਕਰਕੇ ਕਵੀ ਰਾਜ ਕਹਿੰਦੇ ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਆ ਮੋਹ ਦੇ ਉੱਤੇ ਬਲਵਾਨ ਹਨ। ਜਿਵੇਂ ਪਰਸ਼ੁਰਾਮ ਜਿਹੜਾ ਹੈ ਉਹ ਇਸ ਪ੍ਰਕਾਰ ਛਤਰੀਆਂ ਦੇ ਉੱਤੇ ਬਲਵਾਨ ਹੈ, ਸ਼੍ਰੀ ਰਾਮਚੰਦਰ ਜੀ ਰਾਵਣ ਦੇ ਉੱਤੇ ਬਲਵਾਨ ਹਨ। ਤੇ ਜਿਹੜਾ ਇਸ ਪ੍ਰਕਾਰ ਹੈ ਜੋ ਬਲਰਾਮ ਸ਼੍ਰੀ ਕ੍ਰਿਸ਼ਨ ਜੀ ਦਾ ਵੱਡਾ ਭਰਾ ਉਹ ਮਗਧ ਨਰੇਸ਼ ਦੇ ਉੱਤੇ ਜਿਵੇਂ ਬੜਾ ਬਲਵਾਨ ਹੈ। ਇਸ ਪ੍ਰਕਾਰ ਕਹਿੰਦੇ ਜਿਵੇਂ ਇੰਦਰ ਜਿਹੜਾ ਹੈ ਉਹ ਪਰਬਤ ਦੇ ਉੱਤੇ ਬੜਾ ਬਲਵਾਨ ਹੈ। ਫਿਰ ਇਸ ਪ੍ਰਕਾਰ ਜਿਹੜਾ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਵੈ ਉਹ ਦਰੋਹੀਆਂ ਦੇ ਉੱਤੇ ਬੜਾ ਬਲਵਾਨ ਹੈ। ਇਸ ਤਰ੍ਹਾਂ ਗੁਰੂ ਸਿੱਖ ਮੋਹ ਦੇ ਉੱਤੇ ਜਿੱਤਣ ਨੂੰ ਮੋਹ ਵਾਸਤੇ ਬੜੇ ਬਲਵਾਨ ਹਨ ਸਤਿਗੁਰੂ ਜੀ ਦੇ ਸ਼ਬਦ ਦੀ ਤਾਕਤ ਨਾਲ। ਦੋਹਰਾ ਕਹਿ ਬਾਲਾ ਸ੍ਰੀ ਗੁਰੂ ਜੀ ਹਾਂਜੀ, ਸੁਨੋ ਕਥਾ ਇਤਿਹਾਸ। ਭਾਈ ਬਾਲਾ ਜੀ ਕਹਿੰਦੇ ਐ ਖਡੂਰ ਸਾਹਿਬ ਦੀ ਪਾਵਨ ਧਰਤੀ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਜੀ ਦਾ ਇਤਿਹਾਸ ਸਰਵਣ ਕਰ ਰਹੇ। ਆਪ ਖੁਦ ਗਰੀਬ ਨਵਾਜ ਭਾਈ ਪੈੜਾ ਮੁਖਾ ਲਿਖਦੇ ਜਾ ਰਹੇ ਐ। ਭਾਈ ਬਾਲਾ ਜੀ ਕੀ ਕਹਿੰਦੇ ਹਨ? ਸੁਨੋ ਕਥਾ ਇਤਿਹਾਸ। ਕਹਿ ਬਾਲਾ ਸ੍ਰੀ ਗੁਰੂ ਜੀ ਸੁਨੋ ਕਥਾ ਇਤਿਹਾਸ। ਭਾਈ ਬਾਲਾ ਜੀ ਕਹਿੰਦੇ ਐ ਹੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਸੁਣੋ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਇਤਿਹਾਸ ਦੀ ਕਥਾ। ਜੈਸ ਭਾਂਤ ਹਰ ਖੇਲ ਹੀ ਜਿਸ ਤਰੀਕੇ ਨਾਲ ਸੱਚੇ ਪਾਤਸ਼ਾਹ ਦੁੱਖਾਂ ਨੂੰ ਹਰਨ ਵਾਲੇ ਨਿਰੰਕਾਰ ਸਰੂਪ ਸਤਿਗੁਰੂ ਜੀ ਖੇਲਦੇ ਨੇ। ਕਟਤ ਜੋ ਕਲਮਲ ਦਾਸ ਜੋ ਦਾਸਾਂ ਸੇਵਕਾਂ ਦੇ ਪਾਪਾਂ ਨੂੰ ਕੱਟਣ ਵਾਲੇ ਨੇ। ਸਵਈਆ ਬਾਲਕ ਸੋ ਮਿਲ ਖੇਲਤ ਖੇਲਨ। ਸੱਚੇ ਪਾਤਸ਼ਾਹ ਜੀ ਬਾਲਕਾਂ ਦੇ ਨਾਲ ਮਿਲ ਕਰਕੇ ਖੇਲਦੇ ਹਨ ਖੇਲਾਂ ਨੂੰ। ਲਾਲ ਬਿਲੋਕਤ ਤਾਤ ਦੁਲਾਰੈ। ਤੇ ਮਹਾਰਾਜ ਜੀ ਦੇ ਪਿਤਾ ਜੀ ਜਦੋਂ ਸ੍ਰੀ ਗੁਰੂ ਜੀ ਨੂੰ ਖੇਲਦਿਆਂ ਵੇਖਦੇ ਆ ਬੜਾ ਚਾਅ ਕਰਦੇ ਆ, ਬੜਾ ਦੁਲਾਰਦੇ ਹਨ, ਬੜਾ ਪ੍ਰੇਮ ਕਰਦੇ ਨੇ। ਸੁੰਦਰ ਭੂਖਨ ਚੀਰ ਸਰੀਰ ਧਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਗਹਿਣੇ, ਸੁੰਦਰ ਜਿਹੜੇ ਵਸਤਰ ਹਨ ਉਹ ਸਰੀਰ ਤੇ ਧਾਰਨ ਕੀਤੇ ਐ। ਤਲਵੰਡੀ ਕੀ ਬੀਥੀ ਬਿਹਾਰੈ। ਮਹਾਰਾਜ ਤਲਵੰਡੀ ਦੀਆਂ ਗਲੀਆਂ ਵਿੱਚ ਸੱਚੇ ਪਾਤਸ਼ਾਹ ਜੀ ਵਿਚਰਦੇ ਨੇ। ਦੌੜ ਚੱਲੈ ਕਬ ਬੈਸਰ ਹੈ। ਕਦੇ ਮਹਾਰਾਜ ਦੌੜ ਚੱਲਦੇ ਐ ਬਾਲਕਾਂ ਵਾਂਗ, ਕਦੇ ਸਤਿਗੁਰੂ ਜੀ ਬੈਠ ਜਾਂਦੇ ਐ। ਕਬਹੂ ਮਧੁਰੇ ਮੁਖ ਬੈਨ ਉਚਾਰੈ। ਕਦੇ ਬੜੇ ਮਿੱਠੇ ਬੋਲ ਆਪਣੇ ਮੁਖ ਤੋਂ ਉਚਾਰਦੇ ਐ। ਭੋਜਨ ਮਾਤ ਤੇ ਲੈ ਕਰ ਖਾਤ। ਮਾਤਾ ਜੀ ਤੋਂ ਲੈ ਕਰਕੇ ਭੋਜਨ ਛਕਦੇ ਹਨ। ਖੁਆਵਤ ਹੇਰਤ ਹਉ ਬਲਿਹਾਰੈ। ਮਹਾਰਾਜ ਨੂੰ ਭੋਜਨ ਛਕਾਉਂਦਿਆਂ ਹੋਇਆਂ ਮਾਤਾ ਜੀ ਬਲਹਾਰ ਜਾਂਦੇ ਆ ਸ੍ਰੀ ਗੁਰੂ ਜੀ ਨੂੰ ਵੇਖ ਕਰਕੇ। ਇੱਕ ਬਾਸੁਰ ਕਾਲ ਵਿਚਾਰ ਕੀਓ। ਇੱਕ ਦਿਨ ਫਿਰ ਬਾਬਾ ਕਾਲੂ ਜੀ ਨੇ ਆਪਣੇ ਮਨ ਵਿੱਚ ਸੋਚਿਆ ਪੜਨੈ ਬਿਨ ਨਾਨਕ ਬੈਸ ਬਿਹਾਏ। ਕਿ ਪੜਨ ਤੋਂ ਬਿਨਾ ਮੇਰੇ ਪੁੱਤਰ ਨਾਨਕ ਦੀ ਉਮਰ ਜੇ ਇਸ ਤਰ੍ਹਾਂ ਹੀ ਬੀਤ ਗਈ ਤਾਂ ਕੌਣ ਸੀ ਕਾਰ ਕਰੈ ਗੁਜ਼ਾਰਨ। ਤੇ ਫਿਰ ਆਪਣਾ ਸੰਸਾਰ ਵਿੱਚ ਗੁਜ਼ਾਰਾ ਚਲਾਉਣ ਵਾਸਤੇ ਪੁੱਤਰ ਨਾਨਕ ਕਿਹੜਾ ਕੰਮ ਕਰੇਗਾ, ਕਿਹੜੀ ਕਾਰ ਕਰੇਗਾ, ਗੁਜ਼ਾਰਾ ਕਿਵੇਂ ਚੱਲੇਗਾ। ਕਹਾਂ ਕਰ ਕੈ ਧਨ ਲੇਹ ਕਮਾਏ। ਤੇ ਕਿਸ ਤਰੀਕੇ ਨਾਲ ਫਿਰ ਆਪਣੇ ਇਹ ਗੁਜਰਾਨ ਲਈ ਜਿਹੜਾ ਹੈ ਉਹ ਧਨ ਕਿਵੇਂ ਕਮਾਵੇਗਾ।
ਇਉਂ ਮਹਾਰਾਜ ਦੇ ਪਿਤਾ ਜੀ ਨੇ ਸੋਚਿਆ। ਨਿਜ ਕਾਰ ਕੀ ਰੀਤ ਬਿਨਾ ਨਾ ਬਨੇ ਕ੍ਰਿਤ। ਆਪਣੇ ਕਾਰ ਜਿਹੜੀ ਹੈ ਉਹਦੇ ਕੀਤੇ ਤੋਂ ਬਿਨਾ ਇਹ ਚੰਗੀ ਰੀਤੀ ਨਹੀਂ। ਕੋਈ ਕਿਰਤ ਕਿਵੇਂ ਕਰ ਸਕੇਗਾ, ਕੋਈ ਕੰਮ ਕਿਵੇਂ ਕਰੇਗਾ ਜੇ ਮੇਰਾ ਪੁੱਤਰ ਨਾਨਕ ਪੜ੍ਹਿਆ ਨਾ ਤਾਂ। ਜੇ ਕਰ ਹੈ ਜਗ ਨਿੰਦ ਅਲਾਏ। ਤੇ ਜੇ ਕਰਕੇ ਫਿਰ ਪੜ੍ਹਾਈ ਨਾ ਕੀਤੀ, ਕੋਈ ਕਿਰਤ ਨਾ ਕੀਤੀ, ਧਨ ਨਾ ਖਟਿਆ, ਤਾਂ ਫਿਰ ਜਗਤ ਦੇ ਲੋਕ ਜਿਹੜੇ ਆ ਉਹ ਨਿੰਦਾ ਅਲਾਉਂਦੇ ਆ, ਭਾਵ ਨਿੰਦਾ ਕਰਦੇ ਆ, ਬੁਰਾ ਕਹਿੰਦੇ ਆ। ਅਬ ਮੋਕੋ ਯੋਗ ਪੜਾਵਨ ਹੈ। ਹੁਣ ਮੈਨੂੰ ਯੋਗ ਹੈ ਕਿ ਆਪਣੇ ਪੁੱਤਰ ਨਾਨਕ ਨੂੰ ਪੜਾਉਣਾ ਕਰਾਂ। ਬੜ ਹੋਏ ਜਬੈ ਨਾ ਪੜਿਓ ਤਬ ਜਾਏ। ਜਦੋਂ ਵੱਡੇ ਹੋ ਗਏ ਫਿਰ ਪੜਿਆ ਨਹੀਂ ਜਾਵੇਗਾ। ਲੈ ਸੁਤ ਨਾਨਕ ਸੰਗ ਚੱਲਿਓ। ਆਪਣੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕਰਕੇ ਚੱਲ ਪਏ ਮਹਾਰਾਜ ਦੇ ਪਿਤਾ ਜੀ। ਜਿਹੇ ਪਾਰਸੀ ਬਾਲ ਪੜੈ ਮਿਲ ਬ੍ਰਿੰਦਾ। ਜਿੱਥੇ ਬਾਲਕ ਬਹੁਤ ਸਾਰੇ ਮਿਲ ਕਰਕੇ ਫਾਰਸੀ ਪੜ੍ਹਦੇ ਹਨ। ਬਿਆਸਿਓ ਮੁਲਾਨੇ ਕੇ ਜਾਏ ਸਮੀਪ। ਮੁਲਾਨੇ ਦੇ ਕੋਲ ਜਾ ਕਰਕੇ ਮਹਾਰਾਜ ਦੇ ਪਿਤਾ ਜੀ ਬਾਬਾ ਕਾਲੂ ਜੀ ਬੈਠ ਗਏ। ਕਹੇ ਹਿਤ ਸੋ ਬਚ ਆਰਤ ਮੰਦਾ। ਬਹੁਤ ਆਰਤਮੰਦ ਭਾਵ ਦੁਖੀ ਜੇ ਹਿਰਦੇ ਨਾਲ ਮਲਾਨਾ ਜੀ ਦੇ ਤਾਈ ਮਹਾਰਾਜ ਦੇ ਪਿਤਾ ਜੀ ਬਚਨ ਕਹਿਣ ਲੱਗੇ। ਮੇ ਸੁਤ ਹੇਤ ਸੋ ਦੇਹੁ ਪੜਾਏ। ਇਹ ਮੇਰੇ ਪੁੱਤਰ ਨੂੰ ਮਲਾਨਾ ਜੀ ਬੜੇ ਪ੍ਰੇਮ ਨਾਲ ਤੁਸੀਂ ਪੜ੍ਹਾ ਦੇਣਾ ਕਰੋ। ਪੜੈ ਇਹ ਤੂਰਨ ਹੈ ਮਤਵੰਦਾ। ਇਹ ਬਹੁਤ ਸਿਆਣਾ ਹੈ ਮੇਰਾ ਪੁੱਤਰ, ਬੜੀ ਛੇਤੀ ਹੀ ਪੜ ਜਾਵੇਗਾ। ਰੋਜ਼ ਭਲੋ ਮੁਝ ਦੇਹੁ ਬਤਾਏ। ਤੇ ਰੋਜ਼ ਚੰਗੀ ਤਰ੍ਹਾਂ ਮੈਨੂੰ ਦੱਸਿਆ ਕਰੋ ਕਿ ਮੇਰਾ ਪੁੱਤਰ ਕੀ ਪੜਿਆ ਹੈ ਅੱਜ। ਬੈਸਾਬ ਹੋ ਆਨ ਪੜੈ ਤੋ ਅਨੰਦਾ। ਮੈਂ ਬਿਠਾਵਾਂਗਾ ਲਿਆ ਕਰਕੇ ਰੋਜ਼ ਪਾਠਸ਼ਾਲਾ ਵਿੱਚ ਪੜ ਜਾਵੇਗਾ ਮੇਰਾ ਪੁੱਤਰ ਤੇ ਮੈਨੂੰ ਬੜਾ ਆਨੰਦ ਹੋਵੇਗਾ। ਕਬਿਤ ਬੈਨ ਯੋ ਮੁਲਾਨੇ ਭਨੇ ਸੁਬਹਿ ਦਿਵਸ ਭਲੋ। ਤੇ ਸਮੇਂ ਸੁਣ ਕਰਕੇ ਮਲਾਨਾ ਜੀ ਨੇ ਨਾ ਕੁਤਮਦੀਨ ਮਲਾਨੇ ਨੇ ਇਉਂ ਬਚਨ ਕਹੇ ਕਿ ਕੱਲ ਦਾ ਦਿਨ ਜਿਹੜਾ ਉਹ ਬਲਾ ਭਲਾ ਏ। ਮਕਤਬ ਮਾਹੀ ਫਰਜੰਦ ਕੋ ਬਿਠਾਈਏ। ਮਕਤਬ ਜਿਹੜਾ ਇਉਂ ਪਾਠਸ਼ਾਲਾ ਹੈ ਨਾ, ਜਿੱਥੇ ਫਾਰਸੀ ਪੜ੍ਹਦੇ ਆ ਬੱਚੇ, ਉਹਨੂੰ ਮਕਤਬ ਕਹਿੰਦੇ ਆ। ਉਥੇ ਲਿਆ ਕਰਕੇ ਆਪਣੇ ਫਰਜੰਦ ਕੋ ਬਿਠਾਈ ਹੈ, ਪੁੱਤਰ ਨੂੰ ਲਿਆ ਕੇ ਕੱਲ ਨੂੰ ਹੇ ਬਾਬਾ ਕਾਲੂ ਜੀ ਬਿਠਾਉਣਾ ਕਰਿਓ। ਹੇਤ ਸੋ ਪੜਾਉ ਨਾ ਖਿਲਾਫ ਤੁਜ ਸੰਗ ਗਾਉ। ਮੈਂ ਜਿਹੜਾ ਤੁਹਾਡੇ ਤੋਂ ਉਲਟ ਨਹੀਂ ਕੋਈ ਗੱਲ ਕਹਿੰਦਾ, ਬੜੇ ਹਿੱਤ ਪਿਆਰ ਦੇ ਨਾਲ ਤੁਹਾਡੇ ਪੁੱਤਰ ਨਾਨਕ ਨੂੰ ਪੜਾਵਾਂਗਾ। ਹੇਰੋ ਹੋਸ਼ਵੰਦ ਅਬ ਧਾਮ ਨਿਜ ਜਾਈਏ। ਮੈਂ ਵੇਖ ਰਿਹਾ ਹਾਂ ਕਿ ਬੜਾ ਸਿਆਣਾ ਲੱਗਦਾ ਹੈ ਤੁਹਾਡਾ ਪੁੱਤਰ। ਹੁਣ ਤੁਸੀਂ ਘਰ ਨੂੰ ਜਾਓ ਤੇ ਕੱਲ ਜਿਹੜਾ ਸ਼ੁਭ ਦਿਨ ਹੈ ਸਵੇਰੇ ਕੱਲ ਨੂੰ ਆਪਣੇ ਪੁੱਤਰ ਨੂੰ ਪਾਠਸ਼ਾਲਾ ਵਿੱਚ ਲੈ ਕਰਕੇ ਆਇਓ। ਕਾਲੂ ਤਬ ਗਇਓ ਰੈਨ ਭਈ ਖਾਨ ਪਾਨ ਕੀਓ। ਤੇ ਜਦੋਂ ਫਿਰ ਬਾਬਾ ਕਾਲੂ ਜੀ ਚਲੇ ਗਏ, ਰਾਤ ਹੋਈ, ਲੰਗਰ ਪ੍ਰਸ਼ਾਦ ਛਕਿਆ। ਭੋਰ ਸੋ ਬਹੋਰ ਉਠ ਦੇਖਿਓ ਸੁਖ ਦਾਈਏ। ਤੇ ਜਦੋਂ ਭੋਰ ਹੋਈ ਤੇ ਉੱਠੇ ਫਿਰ ਸੁੱਖਾਂ ਦੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਤਾਈਂ ਵੇਖਿਆ ਨਾਲ ਲੈ ਕੇ ਜਾਣ ਨੂੰ। ਨਾਨਕ ਕੋ ਸੰਗ ਲੈ ਬੈਨ ਸੋ ਦਿਲਾਸੋ ਦੇ। ਤੇ ਇਉਂ ਗੁਰੂ ਨਾਨਕ ਸਾਹਿਬ ਨੂੰ ਨਾਲ ਲੈ ਕਰਕੇ ਬੜੇ ਦਿਲਾਸੇ ਦੇ ਬਚਨ ਜਿਹੜੇ ਉਹ ਕਹਿੰਦੇ ਆ। ਪੜੋ ਕਰ ਪ੍ਰੀਤ ਨੀਤ ਕਤਹੂ ਨਾ ਧਾਈਏ। ਕਿ ਪ੍ਰੇਮ ਦੇ ਨਾਲ ਇਹ ਪੁੱਤਰ ਨਾਨਕ ਪੜਨਾ ਕਰੋ ਤੇ ਤੁਸੀਂ ਹੋਰ ਕਿਸੇ ਪਾਸੇ ਧਿਆਨ ਨਾ ਦਿਓ, ਕਿਸੇ ਹੋਰ ਪਾਸੇ ਨਾ ਦੌੜ ਭੱਜ ਹੁਣ ਕਰੋ। ਧਿਆਨ ਦੇ ਨਾਲ ਬੜੀ ਇਕਾਗਰਤਾ ਦੇ ਨਾਲ ਪੜ੍ਹਾਈ ਵਿੱਚ ਆਪਣਾ ਚਿੱਤ ਲਾਵੋ। ਮਕਤਬ ਆਏ ਏਕ ਕਾਰ ਖਿਕ ਦੀਨੋ ਕਾਲੂ। ਤੇ ਮਕਤਬ ਉਥੇ ਪਾਠਸ਼ਾਲਾ ਵਿੱਚ ਆ ਕਰਕੇ, ਸਕੂਲ ਵਿੱਚ ਆ ਕਰਕੇ 1 ਰੁਪਈਆ ਬਾਬਾ ਕਾਲੂ ਜੀ ਨੇ ਤੇ ਸਮੇਂ ਦੇਣਾ ਕੀਤਾ। ਕਛੁਕ ਮਿਠਾਈ ਬਾਂਟ ਪਟੀਏ ਲਿਖਾਈ ਹੈ। ਤੇ ਕੁਝ ਕੁ ਮਠਿਆਈ ਜਿਹੜੀ ਆ ਉਹ ਵੰਡਣਾ ਕੀਤੀ, ਮਿੱਠਾ ਪ੍ਰਸ਼ਾਦ। ਤੇ ਇਸ ਪ੍ਰਕਾਰ ਪੱਟੀ ਜਿਹੜੀ ਆ ਉਹ ਦਿੱਤੀ ਆ ਲਿਖਾਉਣ ਵਾਸਤੇ। ਮੁੱਲਾ ਨੇ ਕਲਮ ਗਹਿ ਅਵਲ ਅਲਫ ਲਿਖ। ਤੇ ਸਮੇਂ ਮੁੱਲਾ ਜੀ ਨੇ ਜਿਹੜੀ ਨਾ ਕਲਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਉਂ ਕਿਹਾ ਹੈ ਤੇ ਫਿਰ ਪੜੋ। ਮੁੱਲਾ ਨੇ ਕਲਮ ਗਹਿ ਅਵਲ ਅਲਫ ਲਿਖ। ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਹੈ ਅਲਫ ਜਿਹੜੀ ਆ ਉਹ ਲਿਖਣਾ ਕਰੋ। ਬਹਰੋ ਸਿਰਫੀ ਸੋ ਸਭ ਹੀ ਪੜ੍ਹਾਈ ਹੈ। ਫਿਰ ਸਾਰੀ ਜਿਹੜੀ ਆ ਫਾਰਸੀ ਦੀ ਇਹ ਮੁਹਾਰਨੀ ਹੈ ਨਾ ਉਹ ਪੜਾਉਣਾ ਕੀਤੀ ਆ ਮੁੱਲਾ ਜੀ ਨੇ। ਇਉਂ
ਇਹ ਗੁਰਦੁਆਰਾ ਪੱਟੀ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ ਹੈ। ਮੁੱਲਾਂ ਕੇ ਕਹਿਨ ਮਹਿ ਦੇਰ ਕਛ ਲਾਗੈ ਮਾਨੋ, ਮੁੱਲਾਂ ਦੇ ਕਹਿਣ ਵਿੱਚ ਤਾਂ ਮਾਨੋ ਕੁਝ ਕੁ ਦੇਰੀ ਲੱਗਦੀ ਹੈ, ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ। ਪਰ ਗੁਰੂ ਨਾਨਕ ਸਾਹਿਬ ਦੇ ਕਹਿਣ ਤੇ ਮਹਾਰਾਜ ਦੀ ਰਸਨਾ ਤਾਂ ਦੇਰੀ ਨਹੀਂ ਲੱਗਦੀ। ਮੁੱਲਾਂ ਨੂੰ ਕਹਿਣ ਨੂੰ ਤਾਂ ਅਜੇ ਟਾਈਮ ਲੱਗ ਜਾਂਦਾ, ਪਰ ਗੁਰੂ ਸਾਹਿਬ ਤਾਂ ਝੱਟ ਹੀ ਅੱਗੋਂ ਹੀ ਪੜ੍ਹ ਦਿੰਦੇ ਆ। ਭਇਓ ਬਿਸਮਾਦ ਇਹ ਪੜਿਓ ਕਹੂੰ ਆਦ ਮੋਤੇ, ਤੇ ਮੌਲਾਨਾ ਜੀ ਹੈਰਾਨ ਹੋ ਗਏ ਕਿ ਇਹ ਬਾਲਕ ਮੇਰੇ ਤੋਂ ਪਹਿਲਾਂ ਹੀ ਲੱਗਦਾ ਕਿਸੇ ਤੋਂ ਪੜ੍ਹਿਆ ਹੈ। ਜਿਵੇਂ ਮੋਹੂ ਸੇ ਸਬਕ ਪੜੈ ਜਾਣਿਓ ਹੂੰ ਨਾ ਜਾਈ ਹੈ। ਇਹ ਮੇਰੇ ਕੋਲੋਂ ਸਬਕ ਪੜ੍ਹ ਰਿਹਾ ਹੈ ਜਾਂ ਮੈਨੂੰ ਪੜ੍ਹਾ ਰਿਹਾ ਹੈ, ਜਾਣਿਆ ਨਹੀਂ ਜਾ ਰਿਹਾ ਮੌਲਾਨਾ ਜੀ ਦੇ ਕੋਲੋਂ ਕਿ ਗੱਲ ਕੀ ਹੋ ਰਹੀ। ਮੈਂ ਜਿਹੜੀ ਗੱਲ ਕਹਿੰਦਾ ਉਹ ਤਾਂ ਪਹਿਲਾਂ ਹੀ ਇਹਨਾਂ ਨੂੰ ਪਤਾ ਹੁੰਦੀ ਹੈ। ਇਉਂ ਮੌਲਾਨੇ ਦੇ ਕੋਲੋਂ ਜਾਣਿਆ ਨਹੀਂ ਜਾ ਰਿਹਾ ਕਿ ਇਉਂ ਲੱਗਦਾ ਉਹਨੂੰ ਕਿ ਜਿਵੇਂ ਤਾਂ ਪਹਿਲਾਂ ਹੀ ਕਿਸੇ ਕੋਲੋਂ ਜਿਵੇਂ ਪੜ੍ਹੇ ਹੋਣ। ਮੁਸ਼ਕਲ ਪਾਰਸੀ ਆਸਾਨ ਪੜੈ ਤਤਕਾਲ, ਇਹ ਐਡੀ ਮੁਸ਼ਕਲ ਫਾਰਸੀ ਜ਼ੁਬਾਨ ਹੈ ਤੇ ਤਤਕਾਲ ਬੜੀ ਛੇਤੀ ਨਾਲ ਸੌਖੇ ਹੀ ਪੜ੍ਹੀ ਜਾਂਦੇ ਆ। ਬਾਲਕ ਕੀ ਬੈਸ ਬੁੱਧ ਬ੍ਰਿਧ ਹੂੰ ਕੀ ਦੇਖੀਏ, ਉਮਰ ਤਾਂ ਬਾਲਕਾਂ ਵਾਲੀ ਹੈ ਪਰ ਅਕਲ ਜਿਹੜੀ ਹੈ ਉਹ ਵੱਡੇ ਬਿਰਧਾਂ ਵਰਗੀ ਹੈ, ਬੜੇ ਸਿਆਣਿਆਂ ਵਰਗੀ ਹੈ, ਜਿਹੜੀ ਅਕਲ ਇੰਨੀ ਤੀਖਣ ਹੈ ਬੁੱਧੀ। ਜੇਰ ਤੇ ਜ਼ਬਰ ਔਰ ਮਾਏ ਨੇ ਕਿਤਾਬਨ ਕੇ, ਤੇ ਇਸ ਪ੍ਰਕਾਰ ਜਿਹੜੇ ਹਨ ਕਿਤਾਬਾਂ ਦੇ ਮਾਇਨੇ ਆਦਿਕ ਤੋਂ ਇਸ ਪ੍ਰਕਾਰ ਜਿਹੜੇ ਹਨ ਅਲਫ ਬੇ ਸਿਹਾਰੀ ਬਿਹਾਰੀ ਲਗਾ ਮਾਤਰਾ ਆਦਿਕ, ਦਫ਼ਤਰ ਲੇਖਾ ਜਮਾ ਖਰਚ ਬਸੇਖੀਏ। ਤੇ ਇਸ ਪ੍ਰਕਾਰ ਜਿਹੜਾ ਦਫ਼ਤਰ ਹੈ ਜਮਾ ਦਾ ਤੇ ਲੇਖਾ ਆਦਿਕ ਜਿਹੜਾ ਹੈ ਬਹੁਤ ਜ਼ਿਆਦਾ। ਪਿਛਲੀ ਪੰਕਤੀ ਫਿਰ ਪੜੋ। ਜੇਰ ਤੇ ਜ਼ਬਰ ਔ ਮਾਏ ਨੇ ਕਿਤਾਬਨ ਕੇ, ਜਿਹੜੀਆਂ ਮਾਤਰਾ ਹਨ ਤੇ ਮੁਕਤਾ ਹੈ, ਮੁਕਤਾ ਅੱਖਰ ਅਤੇ ਇਸ ਪ੍ਰਕਾਰ ਜਿਹੜੀਆਂ ਮਾਤਰਾ ਹਨ ਉਹਨਾਂ ਨੂੰ ਬੜੀ ਛੇਤੀ ਹੀ ਇਹ ਲੱਖ ਲੈਂਦੇ ਆ। ਤੇ ਇਸ ਪ੍ਰਕਾਰ ਫਿਰ ਪੜੋ। ਜ਼ੇਰ ਤੇ ਜ਼ਬਰ ਔਰ ਮਾਏ ਨੇ ਕਿਤਾਬਨ ਕੇ, ਅਤੇ ਮਾਇਨੇ ਜਿਹੜੇ ਹਨ ਕਿਤਾਬਾਂ ਦੇ ਅਰਥ ਜੋ ਹਨ। ਦਫ਼ਤਰ ਲੇਖਾ ਜਮਾ ਖਰਚ ਬਸੇਖੀਏ, ਜਿਹੜਾ ਦਫ਼ਤਰ ਦਾ ਹਿਸਾਬ ਕਿਤਾਬ ਹੁੰਦਾ, ਜਮਾ ਕਿੰਨਾ ਹੈ ਖਰਚ ਕਿੰਨਾ ਹੈ, ਬਹੁਤ ਭਾਰੀ ਜੋ ਲੇਖੇ ਦਾ ਹਿਸਾਬ ਕਿਤਾਬ ਹੈ। 10 ਸਾਲ ਕੇ ਵਿਸਾਲ ਬਾਲ ਬੈਸੇ ਜੋ, ਜਿਹੜੇ 10 ਸਾਲ ਦੇ ਵੱਡੇ ਉਮਰ ਦੇ ਬੱਚੇ ਜੋ ਬੈਠੇ ਹੋਏ ਆ। ਪੜੈ ਨਾ ਸਮਾਨ ਇਸ ਕੋ ਅਵਰੇਖੀਏ, ਤੇ ਇਹਨਾਂ ਦੇ ਬਰਾਬਰ ਕੋਈ ਵੀ ਨਹੀਂ ਪੜ ਰਿਹਾ। ਇਹ ਵੇਖਿਆ ਜਾ ਰਿਹਾ, ਸਾਹਮਣੇ ਦਿਸ ਰਿਹਾ ਹੁਣ ਮੁੱਲਾ ਜੀ ਨੂੰ। ਮਾਨਖ ਕੋ ਕਾਮ ਨਹਿ ਔਲੀਆ ਅਵਤਾਰ ਕੋ, ਇਹ ਮਨੁੱਖ ਦਾ ਕੰਮ ਨਹੀਂ, ਇਹ ਤਾਂ ਫਿਰ ਕੋਈ ਔਲੀਏ ਹਨ, ਕੋਈ ਅਵਤਾਰ ਹਨ। ਲੱਖ ਸੋ ਅਲਖਿਆਂ ਕੇ ਲੇਖ ਹੈ ਅਲੇਖੀਏ, ਇਹ ਤਾਂ ਲਖਣ ਤੋਂ ਅਲਖ ਹਨ, ਲੇਖੇ ਤੋਂ ਅਲੇਖ ਹਨ। ਇਸ ਤਰ੍ਹਾਂ ਮੈਨੂੰ ਮਾਲੂਮ ਪੈ ਰਿਹਾ ਹੈ। ਮੌਲਵੀ ਜੀ ਇਉਂ ਆਪਣੇ ਇਲਮ ਨਾਲ ਸਮਝ ਰਹੇ ਐ ਕਿ ਇਹ ਤਾਂ ਇਉਂ ਲੱਗ ਰਿਹਾ ਜਿਵੇਂ ਲਖੇ ਜਾਣ ਤੋਂ ਰਹਿ ਤਾਂ ਜਾਣਿਆ ਹੀ ਨਹੀਂ ਜਾ ਰਿਹਾ ਇਹਨਾਂ ਬਾਰੇ। ਇਹ ਤਾਂ ਲੇਖੇ ਵਿੱਚ ਨਹੀਂ, ਲੇਖੇ ਤੋਂ ਅਲੇਖ ਹਨ। ਸਿਫਤ ਪ੍ਰਕਾਸ਼ ਭਈ ਕਾਲੂ ਸੁਤ ਬੁੱਧ ਰਾਸ, ਤੇ ਇਉਂ ਬੜੀ ਸਿਫਤ ਦਾ ਪ੍ਰਕਾਸ਼ ਹੀ ਜਿਵੇਂ ਹੋਇਆ ਹੁੰਦਾ ਕਿ ਬਾਬਾ ਕਾਲੂ ਜੀ ਦੇ ਪੁੱਤਰ ਤਾਂ ਬੁੱਧੀ ਦਾ ਖਜ਼ਾਨਾ ਹੀ ਹਨ। ਇੰਨਾ ਇਹਨਾਂ ਨੂੰ ਜਿਹੜੀ ਹੈ ਕੋਈ ਵੀ ਵਿਦਿਆ ਉਹ ਝੱਟ ਹੀ ਸੰਪੂਰਨ ਹੋ ਰਹੀ ਹੈ। ਪਾਰਸੀ ਇਲਮ ਜੋ ਕਠਨ ਸਿੱਖਿਓ ਬੇਗ ਹੀ, ਤੇ ਫਾਰਸੀ ਦਾ ਜਿਹੜਾ ਇਲਮ ਇੰਨਾ ਕਠਨ ਹੈ ਇਹ ਤਾਂ ਬੜੀ ਬੇਗ ਕਾਲੀ ਨਾਲ ਹੀ ਜਿਵੇਂ ਸਿੱਖ ਲਿਆ ਹੋਵੇ। ਇਉਂ ਲੱਗਦਾ ਜਿਵੇਂ ਇਹਨਾਂ ਨੂੰ ਪਹਿਲਾਂ ਹੀ ਸਭ ਪਤਾ ਹੁੰਦਾ ਏ। ਆਏ ਮੁਖ ਦੇਖੈ ਕਰੈ ਇਲਮ ਪਰੇਖੈ ਨਰ, ਤੇ ਆ ਕਰਕੇ ਹਜੂਰ ਦੇ ਮੁਖ ਵੱਲ ਵੇਖਦੇ ਆ ਕਈ। ਜਦੋਂ ਮੌਲਵੀ ਜੀ ਨੇ ਦੱਸਿਆ ਨਾ, ਹੋਰ ਵੀ ਸਿਆਣੇ ਆਲਮ ਫਾਜ਼ਲ ਜਿਹੜੇ ਸੀ ਉਹ ਆ ਕੇ ਵੇਖਣ ਲੱਗ ਪਏ। ਤੇ ਜਦੋਂ ਮਹਾਰਾਜ ਦੇ ਮੁਖ ਵੱਲ ਵੇਖਦੇ ਹੈਰਾਨ ਰਹਿ ਜਾਂਦੇ, ਜਦੋਂ ਸ੍ਰੀ ਗੁਰੂ ਜੀ ਫਾਰਸੀ ਪੜ੍ਹਦੇ ਆਪਣੇ ਮੁਖ ਤੋਂ। ਇਉਂ ਫਿਰ ਪੜੋ ਪੰਕਤੀ। ਆਏ ਮੁਖ ਦੇਖੈ ਕਰੈ ਇਲਮ ਪਰੇਖੈ ਨਰ, ਨਰ ਜਿਹੜੇ ਇਲਮ ਨੂੰ ਪਰੇਖੈ ਪਰਖਦੇ ਐ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਲਮ ਨੂੰ ਮੁਖ ਵੱਲ ਵੇਖਦੇ ਹੀ ਰਹਿ ਜਾਂਦੇ ਆ। ਸੁਨ ਬੈਨ ਕੋ ਵਿਸਾਲ ਬਿਸਮੇ ਗਹੀ, ਸੁਣ ਕੇ ਮਹਾਰਾਜ ਦੇ ਬਚਨਾਂ ਨੂੰ ਤੇ ਬਹੁਤ ਜ਼ਿਆਦਾ ਹੈਰਾਨ ਹੁੰਦੇ ਆ। ਮਿਲਤ ਪਰਸ ਪਰ ਕਰਤ ਸੋ ਜਸ ਬਰ, ਤੇ ਆਪਸ ਦੇ ਵਿੱਚ ਮਿਲ ਕੇ ਬੜਾ ਭਾਰੀ ਮਹਾਰਾਜ ਦਾ ਸ੍ਰੇਸ਼ਟ ਜਸ ਕਰਦੇ ਆ। ਬੈਸ ਲਗ ਦੇਖੀਅਤ ਸੇ ਮੁਖੀ ਵਸੇਖ ਹੀ, ਉਮਰ ਤਾਂ ਬੜੀ ਛੋਟੀ ਹੈ ਪਰ ਵਿਦਵਾਨ ਬੜੇ ਐ, ਬਹੁਤ ਜ਼ਿਆਦੀ
ਬੁੱਧੀ ਜਿਹੜੀ ਆ ਬਹੁਤ ਬਿਰਧਾਂ ਵਰਗੀ ਵੱਡੀ ਲੱਗਦੀ ਹੈ। ਮధుਰ ਬਚਨ ਸੁਨ ਹਿੰਦੂ ਔ ਤੁਰਕ ਸਭ। ਜਿਹੜੇ ਮਹਾਰਾਜ ਦੇ ਮਿੱਠੇ ਬੋਲ ਹੈ ਨਾ, ਇਹ ਸੁਣ ਕਰਕੇ ਸਭ ਜਿੰਨੇ ਹਿੰਦੂ ਹੈ ਤੁਰਕ ਹਨ, ਪ੍ਰੀਤ ਕਰ ਹਿਰਦੈ ਹਰ ਖਾਵ ਨਾ ਉਦੇਗ ਹੀ। ਤੇ ਬਹੁਤ ਜ਼ਿਆਦਾ ਪ੍ਰੀਤ ਪ੍ਰੇਮ ਕਰਦੇ ਹੋਏ ਹਿਰਦੇ ਵਿੱਚ ਖੁਸ਼ ਹੁੰਦੇ ਐ। ਉਹਨਾਂ ਨੂੰ ਗਮੀ ਨਹੀਂ ਹੁੰਦੀ, ਦੁੱਖ ਨਹੀਂ ਹੁੰਦਾ, ਸਗੋਂ ਬਹੁਤ ਖੁਸ਼ ਹੁੰਦੇ ਐ। ਕਿਉਂਕਿ ਕਈ ਵਾਰ ਵੇਖ ਕੇ ਕਿਸੇ ਦੇ ਪੁੱਤਰ ਨੂੰ ਚੰਗਾ ਤੇ ਕੋਈ ਦੁਖੀ ਮੰਨਦਾ, ਪਰ ਸ੍ਰੀ ਗੁਰੂ ਜੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਸਾਰੇ, ਬੜਾ ਚਿੱਤ ਵਿੱਚ ਚਾਅ ਕਰਦੇ ਹਨ। ਮ੍ਰਿਦੁਲ ਮధుਰ ਮੁਖ ਬੋਲਤ ਹੈ ਬਾਣ ਮਾਨੋ। ਸੱਚੇ ਪਾਤਸ਼ਾਹ ਜੀ ਮਿਰਦਲ ਕੋਮਲ ਮਿੱਠੇ ਬੋਲ ਆਪਣੇ ਮੁਖ ਤੋਂ ਬੋਲਦੇ ਐ। ਜਾਣੋ ਕਿ ਇਹ ਤੀਰ ਹੀ ਮਹਾਰਾਜ ਮੁਖ ਤੋਂ ਮਾਰਦੇ ਹਨ। ਦੇਤ ਉਪਦੇਸ਼ ਰਿਖ ਦੇਖ ਸਿੱਖ ਆਪਣੇ। ਜਿਵੇਂ ਕੋਈ ਰਿਖੀ ਵੱਡਾ ਗੁਰੂ ਆਪਣੇ ਸਿੱਖ ਵੇਖ ਕਰਕੇ ਉਪਦੇਸ਼ ਦਿੰਦਾ ਨਾ, ਇਵੇਂ ਸ੍ਰੀ ਗੁਰੂ ਜੀ ਉਪਦੇਸ਼ ਦਿੰਦੇ ਐ। ਪਰ ਭੋਲੇ ਨਹੀਂ ਜਾਣਦੇ ਕਿ ਤਾਂ ਕੁੱਲ ਆਲਮ ਦੇ ਗੁਰੂ ਹਨ ਸੱਚੇ ਪਾਤਸ਼ਾਹ। ਇਸੇ ਕਰਕੇ ਸਿੱਖਿਆ ਹਜੂਰ ਦਰੜਾ ਰਹੇ ਐ। ਸੱਚੇ ਪਾਤਸ਼ਾਹ ਜੀ ਨੇ ਬਚਪਨ 'ਚ ਹੀ ਉਹ ਕਾਰਜ ਕਰਨਾ ਸ਼ੁਰੂ ਕਰਦਾ ਜਿਸ ਵਾਸਤੇ ਮਹਾਰਾਜ ਜੀ ਨੇ ਅਵਤਾਰ ਧਾਰਿਆ ਹੈ। ਸੱਚੇ ਪਾਤਸ਼ਾਹ ਜੀ ਇਉਂ ਉਪਦੇਸ਼ ਦਿੰਦੇ ਐ ਜਿਵੇਂ ਕੋਈ ਮਹਾਨ ਰਿਖੀ ਜਿਹੜਾ ਹੈ ਆਪਣੇ ਸ਼ਿਸ਼ ਨੂੰ ਉਪਦੇਸ਼ ਦਿੰਦਾ ਹੈ ਨਾ, ਇਵੇਂ ਸੱਚੇ ਪਾਤਸ਼ਾਹ ਜੀ ਸਭ ਦੇ ਤਾਈਂ ਉਪਦੇਸ਼ ਗਰੀਬ ਨਵਾਜ ਦਿੰਦੇ ਹਨ। ਪਾਰਸੀ ਸੋ ਮਿਲੀ ਜੋ ਨਾਮ ਕੇ ਭਜਨ ਸੰਗ। ਐਸੀ ਫਾਰਸੀ ਸਤਿਗੁਰੂ ਜੀ ਆਪਣੇ ਮੁਖ ਤੋਂ ਬੋਲਦੇ ਐ ਜਿਹੜੀ ਨਾਮ ਵਿੱਚ ਤੇ ਭਜਨ ਵਿੱਚ ਮਿਲੀ ਹੋਈ ਹੈ। ਉਹ ਫਾਰਸੀ ਜ਼ੁਬਾਨ ਜਿਹੜੀ ਸਿੱਖਣੀ ਬੜੀ ਔਖੀ ਸੀਗੀ। ਮੁੱਲਾਂ ਜੀ ਨੇ ਤਾਂ ਸੋਚਿਆ ਸਿੱਖਣਗੇ ਉਹ ਸਿਖਾਵਾਂਗੇ ਤੇ ਅਲਫਬੇ ਪੜਾਉਣੀ ਦੱਸਾਂਗੇ, ਮੁਕਤਾ ਕੰਨਾ ਸਿਹਾਰੀ ਬਿਹਾਰੀ ਦੱਸਾਂਗੇ, ਇਹਨਾਂ ਨੂੰ ਲਗਾ ਮਾਤਰਾ ਇਹ ਜਿਹੜੀਆਂ ਹਨ ਸਾਰੀਆਂ ਦੱਸਾਂਗੇ। ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਉਹ ਫਾਰਸੀ ਜ਼ੁਬਾਨ ਦੇ ਅੰਦਰ ਭਗਤੀ ਦੇ ਬਚਨ ਸਤਿਗੁਰੂ ਜੀ ਕਹਿੰਦੇ ਐ, ਪ੍ਰੇਮ ਦੇ ਬੋਲ ਸਤਿਗੁਰੂ ਜੀ ਬੋਲਦੇ ਆ ਜੋ ਵਿਰਾਗ ਨਾਲ ਭਿੱਜੇ ਹੋਏ ਬਚਨ ਹਨ। ਗੰਗ ਜੈਸੀ ਬਾਣੀ ਕਲ ਕਲਮਲ ਖਾਪਨੇ। ਮਹਾਰਾਜ ਦੇ ਮੁਖ ਤੋਂ ਗੰਗਾ ਵਰਗੀ ਜਿਹੜੀ ਹੈ ਨਾ ਪਵਿੱਤਰ ਬਾਣੀ ਨਿਕਲਦੀ ਹੈ, ਕਲਯੁਗ ਦੇ ਪਾਪਾਂ ਨੂੰ ਖਾਪਣ ਵਾਸਤੇ, ਨਾਸ਼ ਕਰਨ ਵਾਸਤੇ। ਪੰਡਤ ਜਿਉ ਵਕਤਾ ਅਚੂਕ ਵਾਕ ਪ੍ਰੇਮ ਮੈਂ। ਸੱਚੇ ਪਾਤਸ਼ਾਹ ਜੀ ਪੰਡਤ ਵਿਦਵਾਨਾਂ ਦੀ ਤਰ੍ਹਾਂ ਮਹਾਰਾਜ ਅਚੂਕ ਬਚਨ ਜਿਹੜੇ ਚੁੱਕੇ ਨਾ ਜਾਣ, ਭਾਵ ਜਿਹੜੇ ਕਿਤੇ ਮਹਾਰਾਜ ਅਟਕਦੇ ਨਹੀਂ ਸੱਚੇ ਪਾਤਸ਼ਾਹ ਜੀ, ਇਉਂ ਅਚੂਕ ਵਾਕ ਮਹਾਰਾਜ ਆਪਣੇ ਮੁਖ ਤੋਂ ਵੱਡੇ ਵਿਦਵਾਨਾਂ ਦੀ ਤਰ੍ਹਾਂ ਸਤਿਗੁਰੂ ਜੀ ਬੋਲਦੇ ਐ ਇਸ ਪ੍ਰਕਾਰ ਹੀ। ਪੰਡਤ ਜਿਉ ਵਕਤਾ ਅਚੂਕ ਵਾਕ ਪ੍ਰੇਮ ਮੈਂ। ਪ੍ਰੇਮ ਦੇ ਵਿੱਚ ਅਚੂਕ ਵਾਕ ਸਤਿਗੁਰੂ ਜੀ ਕਹਿੰਦੇ ਆ, ਵਿਦਵਾਨਾਂ ਦੀ ਤਰ੍ਹਾਂ ਮਹਾਰਾਜ ਸੋਹਣੇ ਬਖਤੇ ਹਨ। ਸੁੰਦਰ ਸੁਖਦ ਜੋ ਜੋਗ ਨਰ ਜਾਪਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਸੁੰਦਰ ਬਚਨ ਬੋਲਦੇ ਆ, ਯੋਗ ਬਚਨ ਬੋਲਦੇ ਆ, ਨਰਾਂ ਦਾ ਜੀਆਂ ਦਾ ਭਲਾ ਕਰਨ ਵਾਸਤੇ। ਸੁਨੈ ਹਿਤ ਲਾਏ ਨੁਤ ਗਾਏ ਘਰ ਜਾਏ ਨਰ। ਬਹੁਤ ਹਿਤ ਪ੍ਰੇਮ ਲਾ ਕਰਕੇ ਸਾਰੇ ਜਿਹੜੇ ਜੀਵ ਹੈ ਉਹ ਸੁਣਦੇ ਆ ਤੇ ਹਜੂਰ ਦੀ ਉਸਤਤ ਗਾਉਂਦੇ ਹੋਏ ਆਪਣੇ ਘਰਾਂ ਨੂੰ ਪਰਤਦੇ ਆ। ਕਲਾਵਾਨ ਭਇਓ ਕਲ ਕੀਰਤ ਸੋ ਥਾਪਨੇ। ਤੇ ਇਉਂ ਜਾਣਦੇ ਆ ਕਿ ਕਲਾਵਾਨ ਸ਼ਕਤੀ ਦੇ ਸਹਿਤ ਹੋਏ ਆ। ਇਹ ਕੋਈ ਧਰਤੀ ਦੇ ਉੱਤੇ ਕੀਰਤੀ ਨੂੰ ਸਥਾਪਿਤ ਕਰਨ ਲਈ ਆਏ ਹਨ। ਇਉਂ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਹੈ ਕਿ ਸ਼ਕਤੀਆਂ ਦੇ ਸਹਿਤ ਹਨ, ਅਵਤਾਰ ਹਨ। ਸਵਈਆ ਧਾਮ ਕੇ ਕਾਮ ਤਜੇ ਢਿਗ ਜਾਵਹਿ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਸਤਤ ਕਰਦੇ ਆ। ਹੁਣ ਘਰ ਦੇ ਕੰਮ ਛੱਡ ਕਰਕੇ ਜਿਵੇਂ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਨੂੰ ਆਕਰਸ਼ਿਤ ਹੁੰਦੇ ਆ। ਸ੍ਰੀ ਗੁਰੂ ਜੀ ਦੀ ਬੜੀ ਭਾਰੀ ਮਹਿਮਾ ਤਲਵੰਡੀ ਨਗਰ ਵਿੱਚ ਜਦੋਂ ਹੋਣ ਲੱਗਦੀ ਹੈ, ਮਹਾਰਾਜ ਫਿਰ ਆਪਣਾ ਕਿਵੇਂ ਸੁਭਾਅ ਫੇਰ ਲੈਂਦੇ ਆ ਸੱਚੇ ਪਾਤਸ਼ਾਹ ਜੀ। ਕੱਲ ਨੂੰ ਸਵਈਏ ਤੋਂ ਆਰੰਭ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਮੁੱਲਾਂ ਦੇ ਪ੍ਰਥਾਏ ਤਲੰਗ ਰਾਗ ਵਿੱਚ ਹਜੂਰ ਉਪਦੇਸ਼ ਵੀ ਬਖਸ਼ਿਸ਼ ਕਰਨਗੇ। ਉਹ ਸ਼ਬਦ ਆਵੇਗਾ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਪੰਡਤ ਜਿਉ ਵਕਤਾ ਅਚੂਕ ਵਾਕ ਪ੍ਰੇਮ ਮੈਂ। ਸੁੰਦਰ ਸੁਖਦ ਜੋ ਜੋਗ ਨਰ ਜਾਪਨੇ। ਸੁਨੈ ਹਿਤ ਲਾਏ ਨੁਤ ਗਾਏ ਘਰ ਜਾਏ ਨਰ। ਕਲਾਵਾਨ ਭਇਓ ਕਲ ਕੀਰਤ ਸੋ ਥਾਪਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनाश। हे पूरन हे सर्व में
ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨੇਦਾਰਾ ਆਧਾਰ। ਹੇ ਠਾਕੁਰ ਹਉ ਦਾਸੁਰ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।